सतनाम वाहिगुरु साहिब जी। दर्शन देख जीवा गुर तेरा, पूरन कर्म होए प्रभ मेरा। ए बेनंती सुन प्रभ मेरे, देह नाम कर अपने चेरे। हम अवगुण परे एक गुण नाही, अमृत छाड़ बिखै बिख खाई। माया मोह परम पै फूले, सुत दारा स्यो प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास भाट कीरत की, गुर रामदास राखो सरनाई। एक अरदास पाठ कीरत की, गुर रामदास राखो सरनाई। बेसुमार था अगनत अतोलै, जो बुलाओ त्यो नानक दास बोले। सतनाम वाहिगुरु साहिब जी। वाहो वाहो का बड़ा तमाशा, आपे हसै आप ही चितवै। आपे चंद सूर परगासा, वाहो वाहो का बड़ा तमाशा। आपे हसै आप ही चितवै। आपे चंद सूर परगासा, आपे जल आपे थल थम्मन। आपे किया घट घट बासा, आपे नर आपे फुन नारी। आपे सार आप ही पासा, गुरमुख संगत सबै विचार हो। वाहो वाहो का बड़ा तमाशा, गुरमुख संगत सबै विचार हो। वाहो वाहो का बड़ा तमाशा। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वत्सल, दीनानाथ दीन प्रतिपालक, दीन दर्द निवारक, दीन करुणामय सतगुरु श्री गुरु ग्रंथ साहिब जी दीन दयाल पातशाह
ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ। ਅਪਾਰ ਕਰੁਣਾ ਹੈ, ਬੇਅੰਤ ਤਰਸ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ, ਬਖਸ਼ਿਸ਼ ਭਰੀ, ਨਵਾਜ਼ਿਸ਼ ਭਰੀ ਨਜ਼ਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ ਨਿਰਮੋਲਕ ਸੁਭਾਗ ਭਰਿਆ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਸੰਗਤ ਰੂਪ ਦੁਆਰਾ ਸਾਧਨਾ ਕਰਦਿਆਂ ਹੋਇਆਂ ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਦਿਆਂ ਗੁਰੂ ਕਿਰਪਾ ਦੇ ਪਾਤਰ ਬਣ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਹੈ। ਆਪ ਜੀ ਪਾਵਨ ਬਾਣੀ ਦੀ ਨਿਰੰਤਰ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਨਿਰੰਤਰ ਅਧਿਆਤਮਕ ਗਿਆਨਾਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹੋ ਵਾਹੋ ਕਾ ਬੜਾ ਤਮਾਸ਼ਾ। ਭੱਟ ਸਾਹਿਬਾਨ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤਿਨਾਂ ਦੇ ਅਕਥ ਅਗੋਚਰ ਸਰੂਪ ਦੀ ਸਿਫਤ ਕਥਨ ਦਾ ਬੜਾ ਗੂੜ ਅਨੁਭਵ ਤੇ ਅਥਾਹ ਕਿਰਪਾ ਦੇ ਨਾਲ ਭਰਿਆ ਹੋਇਆ ਯਤਨ ਕਰਦੇ ਹਨ। ਇੱਕ ਵਾਕ ਨਿਸ਼ਚੇ ਹੀ ਯਾਦ ਰੱਖਣ ਯੋਗ ਹੈ ਕਿ ਜਦ ਵੀ ਅਸੀਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿਸ਼ੇਸ਼ ਕਰਕੇ ਭੱਟ ਬਾਣੀ ਪੜ੍ਹੀਏ ਤਾਂ ਇਸ ਸੰਬੰਧ ਦੇ ਵਿੱਚ ਕੇਵਲ ਨਿਰੋਲ ਇੰਨਾ ਵਾਕ ਨਹੀਂ ਕਹਿ ਦੇਣਾ ਕਿ ਜੀ ਇਹ ਗੁਰੂ ਸਾਹਿਬਾਨਾਂ ਦੀ ਸਿਫਤ ਹੈ। ਇਹਦੇ ਲਈ ਇੱਕ ਪੂਰੀ ਪਰਿਭਾਸ਼ਾ ਇਉਂ ਬਣਦੀ ਹੈ ਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ ਜਦ ਧਰਤੀ 'ਤੇ ਪ੍ਰਗਟੇ ਹਨ ਅਤੇ ਉਹਨਾਂ ਦੇ ਜਿੰਨੀ ਲੋਕਾਈ ਨੇ ਉਹਨਾਂ ਨੂੰ ਤੱਕਿਆ, ਜਿੰਨੀ ਲੋਕਾਈ ਉਹਨਾਂ ਦੀ ਕਿਰਪਾ ਦਾ ਪਾਤਰ ਬਣੀ, ਕਿਸੇ ਨੇ ਉਹਨਾਂ ਦੀ ਕਿਰਪਾ ਨੂੰ ਗਿਆਨ ਰੂਪ ਦੇ ਵਿੱਚ ਮਾਣਿਆ, ਕਿਸੇ ਨੇ ਦਇਆ ਰੂਪ ਦੇ ਵਿੱਚ, ਕਿਸੇ ਨੂੰ ਕਰੁਣਾ ਰੂਪ ਦੇ ਵਿੱਚ, ਕਿਸੇ ਨੂੰ ਉਹਨਾਂ ਨੇ ਆਪਣੀ ਚਰਨ ਛੋਹ ਦੇ ਨਾਲ ਨਿਵਾਜਿਆ। ਵੱਖੋ ਵੱਖ ਨੁਕਤਿਆਂ ਤੋਂ ਸਾਰੀ ਸ੍ਰਿਸ਼ਟੀ ਗੁਰੂ ਨਾਨਕ ਕੇ ਚਰਨ ਪਰਸ ਕੇ ਨਿਹਾਲ ਹੋਈ। ਪਰ ਇਹਦਾ ਭਾਵ ਨਹੀਂ ਇਹ ਕਿ ਜਿਤਨੀ ਨੇ ਨਿਹਾਲ ਹੋ ਗਈ ਇਤਨਾ ਹੀ ਗੁਰੂ ਸਰੂਪ ਹੈ। ਫਿਰ ਗੁਰੂ ਸਾਹਿਬਾਨਾਂ ਨੇ ਉਹ ਭੱਟ ਸਾਹਿਬਾਨ ਉਹਨਾਂ ਨੂੰ ਆਪਣੀ ਕਿਰਪਾ ਦੇ ਨਾਲ ਐਸੀ ਉਚੇਰੀ ਦ੍ਰਿਸ਼ਟੀ ਬਖਸ਼ਿਸ਼ ਕੀਤੀ ਜਿਹਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਰਮ ਸਰੂਪ ਦਾ ਗਿਆਨ, ਇੱਕ ਸਰੂਪ ਉਹ ਹੈ ਜਿਹੜਾ ਮਨੁੱਖਾ ਸਰੀਰ ਵਿੱਚ ਪ੍ਰਗਟਿਆ ਹੈ, ਉਹ ਸਾਰਿਆਂ ਦੇ ਦ੍ਰਿਸ਼ਟੀ ਗੋਚਰ ਹੈ। ਪਰ ਉਸ ਤੋਂ ਇਲਾਵਾ ਪਰਮ ਸਰੂਪ ਦਾ ਭਾਵ ਕਿ ਗੁਰੂ ਦਾ ਆਕਾਸ਼ ਵਿੱਚ ਜਲੌ ਕਿਵੇਂ ਫੈਲਿਆ ਹੋਇਆ ਹੈ। ਧਰਤੀ 'ਤੇ ਤਾਂ ਪ੍ਰਤੱਖ ਚੱਲ ਹੀ ਰਿਹਾ ਹੈ, ਪਤਾਲ ਵਿੱਚ ਗੁਰੂ ਸਰੂਪ ਦੀ, ਗੁਰੂ ਦੇ ਸਤਿਗੁਰੂ ਸਰੂਪ ਦੀ ਕਿਵੇਂ ਆਰਾਧਨਾ ਹੋ ਰਹੀ ਹੈ ਅਤੇ ਗੁਰੂ ਘੱਟ ਘੱਟ ਵਿਆਪਕ ਹੋਣ ਕਰਕੇ ਗੁਣਾਂ ਦਾ ਸਾਗਰ ਕਿਵੇਂ ਹੈ। ਇਸ ਕਰਕੇ ਗੁਰੂ ਕੇ ਅਕਥ ਅਗੋਚਰ ਸਰੂਪ ਦੀ ਭੱਟ ਸਾਹਿਬਾਨਾਂ ਨੇ ਸਿਫਤ ਕੀਤੀ ਹੈ ਤਾਂ ਕਿ ਸਾਡੇ ਅੰਦਰ ਉਹ ਸਿਧਾਂਤ ਸਪਸ਼ਟ ਹੋ ਜਾਵੇ। ਅਸੀਂ ਬਾਣੀ 'ਚ ਵਾਕ ਪੜ੍ਹਦੇ ਹਾਂ, ਗੁਰ ਪਰਮੇਸ਼ਰ ਏਕੋ ਜਾਣ, ਕਿ ਅਸੀਂ ਪਹਿਲਾਂ ਅਕਾਲ ਪੁਰਖ ਦੀ ਪੂਰੀ ਸੱਤਾ ਨੂੰ ਗੁਰੂ ਦੇ ਵਿੱਚੋਂ ਤੱਕਣ ਦਾ ਯਤਨ ਕਰਨਾ ਹੈ। ਜਦੋਂ ਇਹਨੂੰ ਸ਼ਬਦ ਅਭਿਆਸ ਦੇ ਨਾਲ, ਗਿਆਨ ਦੇ ਨਾਲ, ਸਿਫਤ ਸਲਾਹ ਦੇ ਨਾਲ ਕਥਨ ਦਾ ਯਤਨ ਕਰਾਂਗੇ ਤਾਂ ਫਿਰ ਸਤਿਗੁਰੂ ਸਾਡੇ ਉੱਪਰ ਐਸੀ ਦ੍ਰਿਸ਼ਟੀ ਕਰਨਗੇ ਕਿ ਆਪਣੇ ਪਰਮ ਸਰੂਪ ਦਾ ਬੋਧ ਕਰਕੇ ਸਾਨੂੰ ਨਿਹਾਲ ਕਰਨਗੇ। ਇਸੇ ਤਰ੍ਹਾਂ ਭੱਟ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ। ਵਾਹੋ ਵਾਹੋ ਕਾ ਬੜਾ ਤਮਾਸ਼ਾ। ਕਿਉਂਕਿ ਭੱਟ ਸਾਹਿਬਾਨਾਂ ਨੇ ਪਹਿਲਾਂ ਗੁਰੂ ਸਾਹਿਬ ਜੀ ਦੀ ਸਿਫਤ ਨੂੰ ਬੜੇ ਬਾਰੀਕ ਢੰਗ ਦੇ ਨਾਲ ਕਥਿਆ, ਫਿਰ ਕਥਦਿਆਂ ਉਸ ਅਵਸਥਾ ਤੱਕ ਵੀ ਪਹੁੰਚ ਗਏ ਜਿੱਥੇ ਜਾ ਕੇ ਕੇਵਲ ਵਾਹੇ ਸ਼ਬਦ ਬਾਕੀ ਰਹਿ ਗਿਆ। ਫਿਰ ਉਸ ਦਾ ਜ਼ਿਕਰ ਕਰਦਿਆਂ ਭੱਟ ਸਾਹਿਬਾਨਾਂ ਨੇ ਉਚਾਰਨ ਕੀਤਾ ਸੀ ਕਿ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ। ਕਿ ਜਦੋਂ ਆਕਾਸ਼ ਮੰਡਲ ਦੇ ਵਿੱਚ ਸੁਰਤ ਚਲੀ ਜਾਂਦੀ ਹੈ
ਉੱਥੇ ਕੇਵਲ ਜਦੋਂ ਨਿਰੋਲ ਪਰਮੇਸ਼ਰ ਦਾ ਨੂਰ ਮਨੁੱਖ ਨੂੰ ਦਿਖਦਾ ਹੈ ਤਾਂ ਫਿਰ ਮਨੁੱਖ ਦੀ ਸੁਰਤ ਦੇ ਵਿੱਚੋਂ ਦਵੈਤ ਸਭ ਤਰ੍ਹਾਂ ਦੇ ਜਿਹੜੇ ਦੂਜੇ ਭਾਵ ਹਨ ਉਹ ਨਾਸ਼ ਹੋ ਜਾਂਦੇ ਹਨ ਅਤੇ ਫਿਰ ਉਹ ਸਾਰੀ ਸ੍ਰਿਸ਼ਟੀ ਨੂੰ ਉਹਦੇ ਵਿੱਚ ਰਮੀ ਹੋਈ ਹੀ ਦੇਖਦਾ ਹੈ। ਜਿਵੇਂ ਇਹਨੂੰ ਸਰਲ ਕਹਿ ਲਓ ਕਿ ਅਸੀਂ ਇੱਕ ਓਅੰਕਾਰ ਨੂੰ ਨਮਸਕਾਰ ਕਰਦੇ ਹਾਂ ਸਾਰੇ, ਪਰ ਸਾਡੀ ਨਮਸਕਾਰ ਕੇਵਲ ਇੱਕ ਮੱਥਾ ਟੇਕਣ ਦੀ ਆਮ ਕਿਰਿਆ ਵਰਗੀ ਹੈ। ਸ੍ਰਿਸ਼ਟੀ ਓਅੰਕਾਰ ਦੀ ਕਾਰ ਖੁੱਲ੍ਹੀ ਹੋਈ ਹੈ ਕਿ ਏਕੋ ਸਰੂਪ ਤੋਂ ਜਿੰਨਾ ਜਗਤ ਬਣ ਰਿਹਾ ਉਹਦੇ ਵਿੱਚ ਪਾਪ ਦਾ, ਮਾਇਆ ਦਾ, ਅਗਿਆਨ ਦਾ ਇਹ ਵੀ ਨਿਜ਼ਾਮ ਵਿੱਚ ਹੀ ਸ਼ਾਮਲ ਹੈ, ਬਾਹਰ ਨਹੀਂ ਹੈ। ਜੇ ਪਾਪ ਨੂੰ, ਅਗਿਆਨ ਨੂੰ ਜਾਂ ਬਦੀ ਨੂੰ ਜਾਂ ਕੂੜਿਆਰਤਾ ਨੂੰ ਇਹਦੇ ਵਿੱਚ ਸ਼ਾਮਲ ਨਾ ਕਰੀਏ ਤੇ ਫਿਰ ਸੱਚ ਦਾ ਓਜ ਪਤਾ ਹੀ ਨਹੀਂ ਲੱਗਦਾ। 12 ਘੰਟਿਆਂ ਦੀ ਰਾਤ ਦੇ ਵਿੱਚ ਮਨੁੱਖ ਹਨੇਰੇ 'ਚ ਠੇਡੇ ਖਾਂਦਾ ਹੈ, ਇਸ ਕਰਕੇ ਉਹਨੂੰ ਸਵੇਰ ਦੇ ਉਜਾਲੇ ਦੀ ਉਡੀਕ ਰਹਿੰਦੀ ਹੈ। ਇਸ ਕਰਕੇ ਸ੍ਰਿਸ਼ਟੀ ਦਾ ਨਿਜ਼ਾਮ ਹਮੇਸ਼ਾ ਹੀ ਦੋ ਪੱਖਾਂ ਦੇ ਨਾਲ ਚੱਲਣਾ ਹੈ। ਜਿੰਨਾ ਚਿਰ ਸੁਰਤ ਦਵੈਤ ਦੇ ਵਿੱਚ ਹੈ ਉਹਨਾਂ ਚਿਰ ਆਖਦੀ ਹੈ ਦੂਜਾ ਪੱਖ ਗਲਤ ਹੈ, ਇਹ ਪੱਖ ਸਹੀ ਹੈ। ਪਰ ਜਦੋਂ ਸੁਰਤ ਜਿਹੜੀ ਹੈ ਇੱਕੋ ਇਕਾਗਰ ਹੋ ਜਾਂਦੀ ਹੈ, ਓਅੰਕਾਰ ਨਾਲ ਜੁੜ ਜਾਂਦੀ ਹੈ, ਫਿਰ ਉਹ ਜਾਣਦੀ ਹੈ ਕਿ ਇਹ ਇੱਕੋ ਹੀ ਚੀਜ਼ ਦੇ ਮੌਲ ਦੇ ਹੋਏ ਦੋ ਰੂਪ ਹਨ, ਇਹ ਵੱਖ ਨਹੀਂ ਕੀਤੇ ਜਾ ਸਕਦੇ। ਇਸੇ ਤਰ੍ਹਾਂ ਭੱਟ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ, ਵਾਹੋ ਵਾਹੋ ਕਾ ਬੜਾ ਤਮਾਸ਼ਾ। ਦੁਨੀਆ ਦੇ ਵਿੱਚ ਜਿੰਨੇ ਪੈਗੰਬਰ ਹੋਏ ਹਨ ਉਹਨਾਂ ਨੇ ਇੱਕ ਵਾਰੀ ਸਿਖਰ 'ਤੇ ਜਾ ਕੇ ਜਗਤ ਨੂੰ ਤਮਾਸ਼ਾ ਹੀ ਕਿਹਾ। ਸ਼੍ਰੀ ਕ੍ਰਿਸ਼ਨ ਜੀ ਨੇ ਜਗਤ ਨੂੰ ਲੀਲਾ ਕਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਕਿਹਾ, ਦੇਖਣ ਆਇਓ ਜਗਤ ਤਮਾਸ਼ਾ। ਕੀ ਹੁਣ ਇਹ ਤਮਾਸ਼ੇ ਦੇ ਅਰਥ ਉਹੀ ਹਨ ਜਿਹੜੇ ਸਾਨੂੰ ਸਮਝ ਆਉਂਦੇ ਹਨ ਕਿ ਕੋਈ ਮਦਾਰੀ, ਕੋਈ ਛੋਟਾ ਮੋਟਾ ਜਾਦੂਗਰ ਆ ਜਾਂਦਾ ਹੈ, ਆਪਣੀ ਚਤੁਰਾਈਆਂ ਭਲੀਆਂ ਥੋੜ੍ਹੀਆਂ ਜਿਹੀਆਂ ਕਲਾਵਾਂ ਦੇਖ ਕੇ ਸਾਨੂੰ ਭਰਮਾ ਲੈਂਦਾ ਜਾਂ ਸਾਡੀ ਬੁੱਧੀ ਨੂੰ ਚਕਿਤ ਕਰ ਦਿੰਦਾ ਹੈ? ਕਿ ਇੰਨਾ ਕੀ ਅਰਥ ਹੈ ਇਸ ਤਮਾਸ਼ੇ ਦਾ? ਯਕੀਨਨ ਇੰਨਾ ਨਹੀਂ ਹੈ, ਕਿਉਂਕਿ ਭੱਟ ਸਾਹਿਬਾਨਾਂ ਨੇ ਕਿਹਾ, ਵਾਹੋ ਵਾਹੋ ਕਾ ਬੜਾ ਤਮਾਸ਼ਾ। ਇੱਕ ਜਾਦੂਗਰ ਜਿਹਨਾਂ ਨੂੰ ਅਸੀਂ ਮਜੀਸ਼ੀਅਨ ਆਖਦੇ ਹਾਂ, ਜਾਂ ਕਿਤੇ ਸਿਨੇਮੇ ਦੇ ਵਿੱਚ ਜਾਂ ਕਿਤੇ ਪਿੰਡਾਂ ਆਦਿਕ ਦੇ ਵਿੱਚ, ਸਕੂਲਾਂ ਦੇ ਵਿੱਚ ਆਪਣੇ ਕੌਤਕ ਜਿਹੇ ਦਿਖਾਉਂਦੇ ਨੇ, ਆਪਣੀ ਜਾਦੂਈ ਕਲਾ ਦਿਖਾਉਂਦੇ ਨੇ, ਉਹਨਾਂ ਦਾ ਸਮਾਨ ਵੀ ਸੀਮਤ ਹੈ, ਪਤਾ ਕਿ ਇੱਕ ਬੈਗ ਵਿੱਚ ਪਾਇਆ ਹੈ। ਜਦੋਂ ਤਮਾਸ਼ਾ ਆਰੰਭ ਕੀਤਾ ਉਸ ਸਮੇਂ ਦਾ ਵੀ ਪਤਾ ਹੈ। ਤਮਾਸ਼ੇ ਦੇ ਵਿੱਚ ਉਹਨਾਂ ਨੇ ਜਿੰਨੀਆਂ ਤਰ੍ਹਾਂ ਦੀਆਂ ਜਾਦੂਈ ਜਿਹੜੀਆਂ ਹਰਕਤਾਂ ਕੀਤੀਆਂ ਉਹਨਾਂ ਦੀ ਵੀ ਗਿਣਤੀ ਹੋ ਜਾਂਦੀ ਹੈ। ਫਿਰ ਜਦੋਂ ਤਮਾਸ਼ਾ ਸਮਾਪਤ ਕੀਤਾ ਉਦੋਂ ਵੀ ਪਤਾ ਲੱਗ ਜਾਂਦਾ ਕਿ ਇਸ ਸਮੇਂ 'ਤੇ ਸਮਾਪਤ ਕੀਤਾ, ਅਤੇ ਜਦੋਂ ਫਿਰ ਜਾਦੂਗਰ ਚਲਿਆ ਜਾਂਦਾ ਹੈ। ਇਸ ਕਰਕੇ ਪਰ ਭੱਟ ਸਾਹਿਬਾਨਾਂ ਨੇ ਪਹਿਲਾਂ ਦੋ ਸ਼ਬਦ ਵਰਤੇ ਹਨ, ਵਾਹੋ ਵਾਹੋ ਕਾ ਬੜਾ ਤਮਾਸ਼ਾ, ਕਿ ਇੱਥੇ ਤਮਾਸ਼ੇ ਦਾ ਭਾਵ ਉਹ ਨਹੀਂ, ਤਮਾਸ਼ੇ ਦਾ ਭਾਵ ਕੇਵਲ ਮਨ ਪਰਚਾਵੇ ਵਰਗਾ ਸਾਧਨ ਨਹੀਂ ਹੈ। ਇੱਥੇ ਤਮਾਸ਼ੇ ਦਾ ਭਾਵ ਹੈ ਕਿ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਦੇ ਅਕਾਲ ਪੁਰਖ ਸਰੂਪ ਦਾ ਜ਼ਿਕਰ ਕਰ ਰਹੇ ਹਨ ਭੱਟ ਸਾਹਿਬਾਨ, ਕਿ ਜਦੋਂ ਗੁਰੂ ਰਾਮਦਾਸ ਅਕਾਲ ਪੁਰਖ ਸਰੂਪ ਨੂੰ ਸਾਰੇ ਬ੍ਰਹਿਮੰਡ ਦੇ ਵਿੱਚ ਤੱਕੀਏ ਤਾਂ ਇਹ ਅਚਰਜ ਤਮਾਸ਼ੇ ਵਾਂਗ ਸਮਝ ਆਉਂਦਾ ਹੈ। ਤਮਾਸ਼ੇ ਦਾ ਭਾਵ ਕਿ ਹਰੇਕ ਜਿਹੜੀ ਸ਼ੈ ਹੈ ਉਹ ਕਿਸੇ ਨਾ ਕਿਸੇ ਰਹੱਸ ਦੇ ਨਾਲ, ਕਿਸੇ ਨਾ ਕਿਸੇ ਗੁਹਜ ਭੇਦ ਦੇ ਨਾਲ, ਕਿਸੇ ਨਾ ਕਿਸੇ ਤਰ੍ਹਾਂ ਦੀ ਸੂਖਮ ਜਿਹੜੀ ਰਮਜ ਹੈ ਉਹਦੇ ਨਾਲ ਭਰੀ ਹੋਈ ਹੈ। ਅਤੇ ਜੇ ਇੱਕ ਇੱਕ ਸ਼ੈ ਨੂੰ ਬੁੱਝਣ ਲੱਗ ਪਈਏ ਤਾਂ ਸਾਰੀ ਸ੍ਰਿਸ਼ਟੀ ਨੂੰ ਜਦੋਂ ਨਿਹਾਰੀਏ ਤਾਂ ਫਿਰ ਉਹ ਤਮਾਸ਼ਾ ਹੀ ਲੱਗਦੀ ਹੈ। ਜਿਵੇਂ ਸਰਲ ਕਹਿ ਲਓ, ਤਮਾਸ਼ੇ ਦੀਆਂ ਕੁਝ ਨੁਕਤੇ ਹਨ ਜਿਹਦੇ ਤੋਂ ਸਮਝ ਲੱਗੇ ਕਿ ਕਿਵੇਂ ਮਾਲਕ ਨੇ ਅਚਰਜ ਤਮਾਸ਼ਾ, ਵੱਡਾ ਤਮਾਸ਼ਾ ਰਚਿਆ ਹੋਇਆ ਹੈ। ਤਾਂ ਉਹਦੇ ਵਿੱਚ ਸਭ ਤੋਂ ਪਹਿਲਾ ਪੱਖ ਇਹ ਸਮਝ ਆਉਂਦਾ ਹੈ ਕਿ ਬ੍ਰਹਿਮੰਡ ਰਚਿਆ ਹੈ, ਇੰਨਾ ਵੱਡਾ ਆਕਾਸ਼ ਹੈ, ਕਿਸ ਦੇ ਸਹਾਰੇ 'ਤੇ ਖਿਲਾਰਿਆ ਹੈ, ਕੋਈ ਥੰਮ ਨਹੀਂ ਹੈ। ਇੱਕ ਹਵਾ ਦਾ ਗਿਲਾਫ ਹੈ ਧਰਤੀ ਦੇ ਦੁਆਲੇ, ਉਹਦੇ ਨਾਲ ਹੀ ਸਾਰੇ ਆਕਾਸ਼ ਨੂੰ ਥੰਮਿਆ ਹੋਇਆ ਹੈ। ਬੁੱਧੀ ਹੈਰਾਨ ਰਹਿ ਜਾਂਦੀ ਹੈ ਕਿ ਅਸੀਂ ਕੁਝ ਥੋੜ੍ਹਾ ਜਿਹਾ ਵੀ ਉਸਾਰੀ ਕਰਨੀ ਹੋਵੇ, ਉਸ ਨੂੰ ਆਧਾਰ ਦੇਣ ਲਈ ਕਈ ਕੁਝ ਖੜਾ ਕਰਦੇ। ਇਤਨਾ ਵੱਡਾ ਆਕਾਸ਼ ਦੀ ਛੱਤ ਹੈ, ਪਰ ਅਕਾਲ ਪੁਰਖ ਸਿਰਜਣਹਾਰ ਨੇ ਉਹਨੂੰ ਥੰਮਣ ਦੇ ਲਈ ਕੋਈ ਕਿਸੇ ਤਰ੍ਹਾਂ ਦਾ ਥੰਮ ਨਹੀਂ ਦਿੱਤਾ ਹੋਇਆ। ਇਸ ਕਰਕੇ ਗੁਰੂ ਦਸਮ ਪਾਤਸ਼ਾਹ ਦੇ ਵਾਕ ਹਨ, ਵਿਣ ਥੰਮਾ ਗਗਨ ਰਹਾਇਆ। ਤਾਂ ਭੱਟ ਸਾਹਿਬਾਨ ਆਖਦੇ ਹਨ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਤਮਾਸ਼ੇ ਦੇ ਵਿੱਚੋਂ ਜਦੋਂ ਮਾਲਕ ਦੀ ਰਚਨਾ ਨੂੰ ਗੁਹਜ ਦੇ ਨਾਲ ਦੇਖੀਏ ਕਿ ਐਡਾ ਵੱਡਾ ਆਕਾਸ਼ ਜਿਹੜਾ ਹੈ ਉਹਨੂੰ ਜਿਹੜਾ ਹੈ ਹਵਾ ਦੇ ਸਹਾਰੇ ਖਿਲਾਰਿਆ ਹੋਇਆ ਹੈ।
ਹੁਣ ਦੂਜੀ ਤਰਫ ਇਕੱਲਾ ਆਕਾਸ਼ ਹੀ ਨਹੀਂ, ਸਾਡਾ ਇੰਨਾ ਕੀਮਤੀ ਜੀਵਨ ਰਚਿਆ ਹੋਇਆ ਹੈ, ਇਹ ਵੀ ਹਵਾ ਦੇ ਆਸਰੇ ਹੀ ਖਲੋਤਾ ਹੈ। ਜਦੋਂ ਹੀ ਹਵਾ ਦਾ ਨੇਮ ਭਾਵ ਕਿ ਪ੍ਰਾਣਾਂ ਦਾ ਨੇਮ ਸਾਡੇ ਸਰੀਰ ਵਿੱਚੋਂ ਰੁਖਸਤ ਹੋ ਜਾਂਦਾ ਹੈ, ਫਿਰ ਭਾਵੇਂ 10 ਫੁੱਟ ਦਾ ਹੋਵੇ ਅਤੇ ਭਾਵੇਂ 200 ਸਾਲ ਦੀ ਆਯੂ ਦਾ ਹੋਵੇ ਅਤੇ ਭਾਵੇਂ ਪੂਰੇ ਸੰਸਾਰ ਦਾ ਬਾਦਸ਼ਾਹ ਹੋਵੇ, ਕੋਈ ਕੀਮਤ ਨਹੀਂ ਰਹਿ ਜਾਂਦੀ ਜਦੋਂ ਇਹ ਪ੍ਰਾਣ ਚਲੇ ਜਾਂਦੇ ਹਨ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਨੇ, ਵੱਡਾ ਤਮਾਸ਼ਾ ਕਿ ਇੰਨੀਆਂ ਭਾਰੀਆਂ ਚੀਜ਼ਾਂ ਨੂੰ, ਇੰਨੀ ਭਾਰੀ ਦੇਹ ਹੈ, ਟਿਕਾਈ ਕਿਹਦੇ ਸਿਰ 'ਤੇ? ਹਵਾ ਦੇ ਸਿਰ 'ਤੇ। ਵਿਆਪਕ ਆਕਾਸ਼ ਹੈ, ਖਿਲਾਰਿਆ ਕਿਹਦੇ ਸਿਰ 'ਤੇ ਹੈ? ਹਵਾ ਦੇ ਸਿਰ 'ਤੇ। ਕਹਿੰਦੇ ਫਿਰ ਸ੍ਰਿਸ਼ਟੀ ਨੂੰ ਨਿਹਾਰੀਏ। ਆਮ ਕਰਕੇ ਬਰਾਬਰ ਮਾਤਰਾ ਵੀ ਜੇ ਜਲ ਅਤੇ ਧਰਤੀ ਦੀ ਹੋਵੇ ਤਾਂ ਧਰਤੀ ਖੁਰ ਜਾਵੇ। ਇਤਨੇ ਵੱਡੇ ਸਮੁੰਦਰ ਜਾਂ ਧਰਤੀ ਦਾ ਕਹਿੰਦੇ ਬਹੁਤ ਸਾਰਾ ਹਿੱਸਾ ਪਾਣੀ ਦਾ ਬਣਿਆ ਹੋਇਆ, ਹੇਠਾਂ ਵੀ ਪਾਣੀ ਹੈ, ਅਤੇ ਦਰਿਆਵਾਂ, ਨਦੀਆਂ, ਨਾਲਿਆਂ ਦੇ ਰੂਪ ਵਿੱਚ ਵੀ, ਸਾਗਰਾਂ, ਮਹਾਸਾਗਰਾਂ ਦੇ ਰੂਪ ਵਿੱਚ ਧਰਤੀ ਦੀ ਅੱਧੀ ਸਤ੍ਹਾ ਤੋਂ ਵੱਧ ਹਿੱਸਾ ਪਾਣੀ ਨੇ ਘੇਰਿਆ ਹੋਇਆ। ਪਰ ਜਿੰਨੇ ਦੇਸ਼ਾਂ ਦੀ ਭੂਮੀ ਬਣੀ ਹੋਈ ਹੈ, ਅਜੇ ਤੱਕ ਪਾਣੀ ਦਾ ਨੇਮ, ਪਾਣੀ ਇੰਨੇ ਨੇਮ ਵਿੱਚ ਚੱਲ ਰਿਹਾ, ਚਾਹੇ ਸਾਗਰਾਂ ਮਹਾਸਾਗਰਾਂ ਦਾ ਹੈ ਕਿ ਪਤਾਲ ਵਿੱਚ ਪਾਣੀ ਹੁੰਦਿਆਂ ਹੋਇਆਂ ਵੀ, ਆਲੇ ਦੁਆਲੇ ਪਾਣੀ ਹੁੰਦਿਆਂ ਹੋਇਆਂ ਵੀ ਧਰਤੀ ਨੂੰ ਨਹੀਂ ਖਾਰਦਾ ਹੈ। ਕਹਿੰਦੇ ਵੀ ਅਚਰਜ ਗੱਲ ਹੈ ਕਿ ਜਿਹਦਾ ਪਾਣੀ ਦਾ ਸੁਭਾਅ ਹੀ ਰੋੜਨਾ ਹੈ, ਜਾਂ ਚੀਜ਼ ਨੂੰ ਗਾਲਣਾ ਹੈ, ਜਾਂ ਆਪਣੇ ਵਿੱਚ ਜਜ਼ਬ ਕਰਕੇ ਚਿੱਕੜ ਕਰ ਦੇਣਾ ਹੈ, ਉਹ ਪਾਣੀ ਵੀ ਕਿਹੜੇ ਨੇਮ ਦੇ ਤਹਿਤ ਸ੍ਰਿਸ਼ਟੀ ਨੂੰ ਜਿਹੜਾ ਹੈ ਬੈਲੈਂਸ ਦੇ ਰਿਹਾ ਹੈ। ਫਿਰ ਉਸ ਤੋਂ ਅੱਗੇ ਜ਼ਿਕਰ ਕਰਦੇ ਹਨ ਲੱਕੜ, ਬਨਸਪਤੀ ਆਦਿਕ, ਇਹਦੇ ਸਾਰੇ ਵਿੱਚ ਅਗਨ ਤੱਤ ਸਮਾਈ ਹੋਈ ਹੈ। ਇਸ ਅਗਨ ਤੱਤ ਸਮਾਈ ਹੋਣ ਦੇ ਕਾਰਨ ਭਾਵੇਂ ਇਹਦੇ ਅੰਦਰ ਅਗਨ ਹੈ, ਪਰ ਕਦੇ ਆਪਣੇ ਆਪ ਜਿਹੜੀ ਅਗਨ ਉਤਪੰਨ ਨਹੀਂ ਹੁੰਦੀ, ਉਹਨੂੰ ਬਾਹਰੋਂ ਸ਼ੋਅ ਭਾਵ ਕਿ ਅਗਨ ਨੂੰ ਸਹਿਜ ਵਿੱਚ ਰੱਖਿਆ ਹੈ। ਮਨੁੱਖ ਦੇ ਅੰਦਰ ਜਠਰ ਅਗਨੀ ਪਾਈ ਹੈ, ਉਹ ਕੇਵਲ ਉਹਦੇ ਭੋਜਨ ਨੂੰ ਪਚਾਉਂਦੀ ਹੈ, ਬਾਕੀ ਜੀਵਨ ਨੂੰ ਨਹੀਂ ਸਾੜਦੀ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਵੱਡਾ ਤਮਾਸ਼ਾ ਕਿ ਕਿਸੇ ਸ਼ੈ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਨਿਹਾਰੀਏ ਤਾਂ ਉਹਦੇ ਜਦੋਂ ਅਥਾਹ ਗੁਣਾਂ ਨੂੰ ਭਰਪੂਰ ਦੇਖਾਂਗੇ। ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵਾਕ ਕਹੇ ਹਨ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਅਤੇ ਉਹਦਾ ਭਾਵ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਹਿਲਾਂ ਅਕਾਲ ਪੁਰਖ ਦੇ ਨੂਰ ਨੂੰ, ਜਿਹੜਾ ਸਾਡੇ ਸਾਹਮਣੇ ਕੁਦਰਤ ਦੇ ਰੂਪ ਵਿੱਚ ਜ਼ਾਹਰ ਹੈ, ਉਸ ਜ਼ਾਹਰ ਦੇ ਵਿੱਚੋਂ ਅਦ੍ਰਿਸ਼ ਨੂੰ ਜਦੋਂ ਪਛਾਣਿਆ ਹੈ, ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਮਾਲਕ ਦੀ ਹਸਤੀ ਕਿਤਨੀ ਅਨੂਪਮ ਹੈ। ਕਿੰਨੇ ਕਿੰਨੇ ਐਸੇ ਜੀਵ ਰਚੇ ਹਨ ਜਿਨ੍ਹਾਂ ਦੀ ਇਸ ਅੱਖ ਤਾਂ ਕਿ ਮਾਈਕਰੋਸਕੋਪ ਦੇ ਨਾਲ ਵੀ ਜਿਨ੍ਹਾਂ ਦਾ ਵਜੂਦ ਨਜ਼ਰ ਨਹੀਂ ਆਉਂਦਾ, ਅਤੇ ਐਡੇ ਐਡੇ ਵੱਡੇ ਜੀਵ ਰਚੇ ਹਨ ਕਿ ਜਿਨ੍ਹਾਂ ਦੇ ਬਲ ਦੇ ਨਾਲ ਸਾਰਾ ਕੁਝ ਇੱਕ ਵਾਰੀ ਅਸਤ ਵਿਅਸਤ ਹੋ ਜਾਂਦਾ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਵੱਡਾ ਤਮਾਸ਼ਾ ਕਿ ਦੋ ਵਿਰੋਧੀ ਤੱਤਾਂ ਨੂੰ ਆਪਸ ਦੇ ਵਿੱਚ ਜੋੜਿਆ ਹੋਇਆ ਹੈ। ਜਲ ਅਤੇ ਅਗਨੀ ਦਾ ਮੇਲ ਕੀਤਾ ਹੋਇਆ ਹੈ। ਇਸ ਕਰਕੇ ਆਖਦੇ ਹਨ ਵੱਡਾ ਤਮਾਸ਼ਾ। ਫਿਰ ਵੱਡਾ ਤਮਾਸ਼ਾ ਦਾ ਇੱਕ ਹੋਰ ਭਾਵ ਇਹ ਹੈ ਕਿ ਇਤਨੇ ਜੀਵਾਂ ਦਾ ਜੀਵਨ ਰਚਨਾ ਜਿਹੜੀ ਚੱਲ ਰਹੀ ਹੈ, ਇਹ ਕਿੱਥੋਂ ਆ ਰਹੇ ਹਨ, ਕਿਵੇਂ ਇਹਨਾਂ ਦੀ ਪ੍ਰਤਪਾਲਨਾ ਹੁੰਦੀ ਹੈ, ਅਤੇ ਫਿਰ ਕਿੱਥੋਂ ਜਾ ਕੇ ਸਮਾ ਜਾਂਦੇ ਹਨ, ਇਸ ਗੱਲ ਦਾ ਕੋਈ ਬੋਧ ਨਹੀਂ ਲੱਗਦਾ। ਬਾਣੀ ਦੇ ਵਿੱਚ ਵਾਕ ਕਹਿੰਦੇ, ਕਿੱਥੋਂ ਉਪਜੈ ਕਹਿ ਰਹਿ, ਕਹਿ ਮਾਏ ਸਮਾਵੈ, ਕਿ ਜੀਵ ਆਉਂਦਾ ਕਿੱਥੋਂ ਹੈ। ਭਾਵ ਕਿ ਉਹ ਤਾਂ ਅਸੀਂ ਕਹਿ ਲਾਂਗੇ ਨਾ ਜੀ ਫਲਾਣੀ ਤਰੀਕ ਨੂੰ ਜਨਮ ਹੁੰਦਾ ਹੈ, ਪਰ ਇਹ ਕਿਵੇਂ ਨਿਸ਼ਚਿਤ ਕਰਾਂਗੇ ਵੀ ਇੱਕ ਬੂੰਦ ਤੋਂ ਐਡਾ ਵੱਡਾ ਜੀਵਨ ਸਾਜ ਕੇ ਫਿਰ ਉਸ ਜੀਵਨ ਨੂੰ ਮਾਲਕ ਮੇਟ ਦਿੰਦਾ। ਇਹ ਸਾਰੀ ਕਲਾ ਪ੍ਰਗਟ ਕੌਣ ਕਰਦਾ ਹੈ? ਇੰਨੀਆਂ ਅਨੰਤ ਜੂਨਾਂ ਹਨ, ਇਹਨਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨੇਮ ਦੇ ਵਿੱਚ ਚਲਾਉਣਾ। ਜੰਗਲ ਦੀ ਗੱਲ ਕਰ ਲਈ ਜਾਵੇ, ਸ਼ੇਰ ਨੂੰ ਜਿਹੜਾ ਹੈ ਮਾਸ ਦਾ ਨਿਜ਼ਾਮ ਲਗਾਇਆ ਹੋਇਆ ਹੈ, ਉਹਦੇ ਨੇਮ 'ਚ ਹੀ ਰਹਿੰਦਾ ਹੈ। ਇਸੇ ਤਰ੍ਹਾਂ ਭੱਟ ਸਾਹਿਬਾਨ ਆਖਦੇ ਹਨ ਕਿ ਰਚਨਾ ਦੇ ਨੁਕਤੇ ਤੋਂ, ਬਨਸਪਤੀ ਦੇ ਨੁਕਤੇ ਤੋਂ, ਮਨੁੱਖਤਾ ਦੇ ਨੁਕਤੇ ਤੋਂ, ਖੰਡਾਂ ਬ੍ਰਹਿਮੰਡਾਂ ਦੇ ਨੁਕਤੇ ਤੋਂ ਜਦੋਂ ਇਸ ਸਾਰੀ ਕਾਇਨਾਤ ਨੂੰ ਨਿਹਾਰਾਂਗੇ ਤਾਂ ਗੁਰੂ ਸਾਹਿਬ ਜੀ ਤੁਹਾਡੇ ਰਮੇ ਹੋਏ ਸਰੂਪ ਦਾ ਕੋਈ ਬੋਧ ਨਹੀਂ ਆਉਂਦਾ। ਸੁਰਤ ਦੇ ਖੰਭ ਉੱਥੇ ਝੜ ਜਾਂਦੇ ਹਨ। ਅਕਲ ਦਾ ਜਿੰਨਾ ਤਾਣ ਹੈ ਉਹ ਬਿਲਕੁਲ ਉਹਦੇ ਸਾਹਮਣੇ ਬੇਵੱਸ ਹੋ ਜਾਂਦਾ। ਇਸ ਕਰਕੇ ਵੱਡਾ ਤਮਾਸ਼ਾ, ਅਤੇ ਇਸ ਸਾਰੇ ਤਮਾਸ਼ੇ ਨੂੰ ਰਚ ਕੇ ਆਪ ਜੀ ਨੇ ਜਗਤ ਦਾ ਇੱਕ ਵੱਡਾ ਨਿਜ਼ਾਮ ਬਣਾਇਆ ਹੈ। ਆਪੇ ਹਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸਾ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਨੇ ਆਪੇ ਹਸੈ।
ਹੱਸੈ ਦਾ ਭਾਵ ਕਿ ਜਦੋਂ ਸ੍ਰਿਸ਼ਟੀ ਮੌਲਦੀ ਹੈ, ਮੌਲਦੀ ਦਾ ਭਾਵ ਕੀ ਹੈ ਕਿ ਜਿਹੜੀ ਅੱਗੇ ਅੱਗੇ ਨਿਰੰਤਰ ਵਿਕਸਿਤ ਹੁੰਦੀ ਰਹੇ, ਲਗਾਤਾਰ ਵੱਧਦੀ ਰਹੇ। ਕਹਿਣ ਲੱਗੇ ਇੱਕ ਮਾਨਵ ਪੈਦਾ ਕੀਤਾ, ਕਰੋੜਾਂ ਮਨੁੱਖ ਧਰਤੀ 'ਤੇ ਚੱਲ ਰਹੇ ਹਨ। ਇਸ ਕਰਕੇ ਆਖਦੇ ਨੇ ਆਪੇ ਹੱਸੈ। ਜਗਤ ਦੀਆਂ ਜਿੰਨੀਆਂ ਕਿਰਿਆਵਾਂ ਦੁਆਰਾ ਅਸੀਂ ਪ੍ਰਸੰਨ ਹੁੰਦੇ ਹਾਂ ਜਾਂ ਖੁਸ਼ ਹੁੰਦੇ ਹਾਂ, ਭੱਟ ਸਾਹਿਬਾਨ ਆਖਦੇ ਹਨ ਇਹ ਸਾਰੀ ਜਿਹੜੀ, ਜਿਵੇਂ ਦੇਖੋ ਬਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਬਬੀਹੇ ਬਾਰੇ ਜ਼ਿਕਰ ਕੀਤਾ ਹੈ, ਤਾਂ ਭੱਟ ਸਾਹਿਬਾਨ ਕਹਿੰਦੇ ਆਪੇ ਹੱਸੈ ਕਿ ਬਬੀਹੇ ਦੀ ਰਚਨਾ ਕਰਨੀ, ਬਬੀਹੇ ਦੇ ਅੰਦਰ ਇੰਨੀ ਪਿਆਸ ਪੈਦਾ ਕਰਨੀ ਕਿ ਉਹ ਵਰਖਾ ਦੇ ਜਲ ਤੋਂ ਬਿਨਾਂ ਦੂਜੇ ਜਲ ਦੀ ਕੀਮਤ ਨਹੀਂ ਜਾਣਦਾ, ਭਾਵੇਂ ਲਾਗੇ ਜਿੰਨੇ ਮਰਜ਼ੀ ਮਹਾਸਾਗਰ ਕਿਉਂ ਨਾ ਹੋਣ। ਫਿਰ ਇੱਕ ਵਰਖਾ ਦੀ ਬੂੰਦ ਉਹਦੇ ਮੁੱਖ ਦੇ ਵਿੱਚ ਪਾ ਕੇ ਉਹਨੂੰ ਤ੍ਰਿਪਤ ਕਰ ਦੇਣਾ, ਅਤੇ ਫਿਰ ਉਹੀ ਉਹਦੀ ਪੀੜ ਭਰੀ ਆਵਾਜ਼ ਗੀਤ ਦੇ ਵਿੱਚ ਬਦਲ ਦੇਣੀ। ਭੱਟ ਸਾਹਿਬਾਨ ਆਖਦੇ ਨੇ ਆਪੇ ਹੱਸੈ। ਸਾਰੀ ਸ੍ਰਿਸ਼ਟੀ ਦੇ ਨਿਜ਼ਾਮ ਨੂੰ ਮੌਲਣ ਵਾਲਾ, ਲਾਉਣ ਵਾਲਾ ਪਰਮੇਸ਼ਰ ਆਪ ਹੈ, ਆਪ ਹੀ ਚਿਤਵੈ ਕਿ ਅੱਗੇ ਅੱਗੇ ਕਿਵੇਂ ਜਗ ਦਾ ਨਿਜ਼ਾਮ ਚੱਲਣਾ ਹੈ, ਰੁੱਤਾਂ ਥਿੱਤਾਂ ਦੇ ਸਿਲਸਿਲੇ ਕਿਵੇਂ ਬਦਲਣੇ ਹਨ, ਖੰਡਾਂ ਬ੍ਰਹਿਮੰਡਾਂ ਦੀ ਚਾਲ ਕਿਵੇਂ ਚੱਲਣੀ ਹੈ। ਕਹਿੰਦੇ ਸਾਰਾ ਕੁਝ ਆਪ ਹੀ ਚਿਤਵਦਾ ਹੈ। ਆਪੇ ਚੰਦ ਸੂਰ ਪ੍ਰਗਾਸਾ, ਅਤੇ ਆਪੇ ਚੰਦਰਮਾ ਸੂਰਜ ਹੋ ਕੇ ਜਗਤ ਵਿੱਚ ਪ੍ਰਕਾਸ਼ ਕੀਤਾ ਹੈ। ਆਪੇ ਜਲ ਆਪੇ ਥਲ ਥੰਮਨ, ਆਪੇ ਕੀਆ ਘਟ ਘਟ ਬਾਸਾ। ਆਪੇ ਜਲ ਰੂਪ ਹੋ ਕੇ ਪਸਰੇ ਹੋ, ਜੋ ਜਲ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਆਪੇ ਥਲ ਰੂਪ ਭੂਮੀ ਰਚ ਕੇ ਥੰਮਣ ਬਣਾਇਆ ਹੋਇਆ, ਭਾਵ ਕਿ ਜਗਤ ਨੂੰ ਠਹਿਰਾਓ ਦਿੱਤਾ ਹੈ। ਆਪੇ ਕੀਆ ਘਟ ਘਟ ਬਾਸਾ, ਅਤੇ ਆਪੇ ਹੀ ਘਟ ਘਟ ਦੇ ਵਿੱਚ ਵਾਸ ਪ੍ਰਕਾਸ਼ ਕੀਤਾ ਹੈ। ਇਸ ਕਰਕੇ ਇਹਨਾਂ ਨੁਕਤਿਆਂ ਦੇ ਕੁਝ ਕੁਝ ਬਾਰੀ ਜਿਹੜੇ ਹਨ ਗੁਹਜ ਅਰਥ ਵੀ ਹਨ। ਜਿਵੇਂ ਜ਼ਿਕਰ ਕੀਤਾ ਹੈ ਆਪੇ ਚੰਦ ਸੂਰ ਪ੍ਰਗਾਸਾ, ਕਿ ਜਦੋਂ ਆਪਣੇ ਗਿਆਨ ਦਾ ਅਥਾਹ ਪ੍ਰਕਾਸ਼ ਕਰਦੇ ਹੋ, ਅਤੇ ਉਸ ਗਿਆਨ ਦੇ ਪ੍ਰਕਾਸ਼ ਨੂੰ ਜਦੋਂ ਜਗਿਆਸੂ ਆਪਣੇ ਹਿਰਦੇ ਅੰਦਰ ਸੋਖ ਲੈਂਦੇ ਹਨ, ਤਾਂ ਫਿਰ ਉਹਨਾਂ ਦੇ ਅੰਦਰ ਸੀਤਲ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਜਿਵੇਂ ਇੱਕ ਵਿਗਿਆਨ ਦੇ ਵਿੱਚ ਨੇਮ ਪੜ੍ਹਿਆ ਹੋਣਾ ਕਿ ਚੰਦਰਮਾ ਦੀ ਸਾਰੀ ਰੌਸ਼ਨੀ ਸੂਰਜ 'ਤੇ ਆਧਾਰਿਤ ਹੈ। ਇਸ ਤਰ੍ਹਾਂ ਆਖਦੇ ਨੇ ਕਿ ਜਦੋਂ ਆਪ ਜੀ ਗਿਆਨ ਸਰੂਪ ਹੋ ਕੇ ਧਰਤੀ 'ਤੇ ਪ੍ਰਕਾਸ਼ ਕਰਦੇ ਹੋ, ਅਤੇ ਜਿਹੜੇ ਆਪ ਦੇ ਗਿਆਨ ਸਰੂਪ ਨੂੰ ਆਪਣੇ ਹਿਰਦੇ ਅੰਦਰ ਸਮੋਹ ਲੈਂਦੇ ਹਨ, ਫਿਰ ਉਹਨਾਂ ਦੇ ਜੀਵਨ ਦੇ ਵਿੱਚ ਵੀ ਗਿਆਨ ਦਾ ਚਾਨਣ ਸੀਤਲ ਰੂਪ ਵਿੱਚ ਹੋ ਜਾਂਦਾ ਹੈ। ਆਪੇ ਜਲ ਆਪੇ ਥਲ ਥੰਮਨ। ਆਪੇ ਜਲ ਦਾ ਭਾਵ ਹੈ ਕਿ ਜਿਵੇਂ ਜਲ ਦਾ ਆਮ ਗੁਣ ਕੀ ਹੈ, ਵਹਿਣਾ, ਕਿ ਸਾਰੀ ਸ੍ਰਿਸ਼ਟੀ ਨੂੰ ਜਨਮ ਦੇ ਵਿੱਚ ਪਾ ਕੇ, ਮੌਤ ਦੇ ਵਿੱਚ ਪਾ ਕੇ, ਵਹਿਣ ਵਿੱਚ ਪਾਇਆ ਹੋਇਆ ਹੈ। ਇਹਦੇ ਵਿੱਚ ਕਈ ਐਸੇ ਹਨ ਜਿਹੜੇ ਮੁੜ ਮੁੜ ਜੰਮਣ ਮਰਨ ਦੇ ਵਿੱਚ ਚਲੇ ਆ ਰਹੇ ਹਨ, ਪਰ ਆਪੇ ਥਲ ਥੰਮਨ, ਕਿ ਉਸ ਰੁੜਦੇ ਹੋਏ ਜਗਤ ਦੇ ਵਿੱਚ ਮਾਇਆ ਦੇ ਪ੍ਰਪੰਚ ਖੁਆਰ ਜੀਵਾਂ ਨੂੰ ਆਪ ਹੀ, ਜਿਵੇਂ ਹੁਣ ਕੋਈ ਬੰਦਾ ਨਦੀ ਦੇ ਵਿੱਚ ਰੁੜ ਰਿਹਾ ਹੋਵੇ ਤਾਂ ਉਹ ਕੀ ਕਰਦਾ, ਉਹ ਇਹ ਥੋੜ੍ਹਾ ਕਹਿੰਦਾ ਕਿ ਮੈਂ 2 ਕਿਲੋਮੀਟਰ ਅੱਗੇ ਚੱਲ ਜਾਵਾਂ, ਨਦੀ ਮੁੱਕ ਜਾਵੇਗੀ ਅਤੇ ਫਿਰ ਬਾਹਰ ਨਿਕਲਾਂਗਾ। ਉਹ ਕੰਢੇ ਵੱਲ ਜਾਣ ਦਾ ਯਤਨ ਕਰਦਾ। ਉਹਨੂੰ ਪਤਾ ਕੰਢੇ ਤੋਂ ਪਰਾਂ ਜਿਹੜੀ ਹੈ ਥਲ ਹੈ, ਭਾਵ ਕਿ ਨਦੀ ਦੀ ਹੋਂਦ ਨਹੀਂ ਹੈ। ਤਾਂ ਭੱਟ ਸਾਹਿਬਾਨ ਕਹਿੰਦੇ ਆਪੇ ਜਲ ਭਾਵ ਕਿ ਸਾਰੇ ਜਗਤ ਦਾ ਵਹਿਣ ਰਚਿਆ ਹੈ, ਫਿਰ ਇਹਦੇ ਵਿੱਚ ਜੀਵਾਂ ਨੂੰ ਆਪ ਹੀ ਪਰਮਾਇਆ, ਵਹਿਣ ਦੇ ਵਿੱਚ ਪਾਇਆ ਹੋਇਆ ਹੈ। ਆਪੇ ਥਲ ਥੰਮਨ, ਆਪਣੀ ਕਿਰਪਾ ਦੇ ਨਾਲ ਉਭਾਰ ਕੇ ਕਈਆਂ ਨੂੰ ਥਿਰ ਕਰ ਦਿੰਦੇ ਹਨ। ਆਪੇ ਕੀਆ ਘਟ ਘਟ ਬਾਸਾ, ਅਤੇ ਹਰ ਸ਼ੈ ਦੇ ਅੰਦਰ ਆਪਣਾ ਪ੍ਰਕਾਸ਼ ਕੀਤਾ ਹੋਇਆ ਹੈ। ਹਰ ਸ਼ੈ ਦੇ ਅੰਦਰ, ਹਰ ਸ਼ੈ ਦਾ ਮਤਲਬ ਕਿਤੇ ਮਾਲਕ। ਜਿਵੇਂ ਹੁਣ ਮੋਰ ਵਰਗਾ ਹੈ, ਮੋਰ ਵਰਗਾ ਜੀਵ ਹੈ, ਜੇ ਉਹਦੀ ਪੂਰਾ ਜੀਵਨ ਨਿਹਾਰੋਗੇ ਤਾਂ ਉਹ ਸਾਨੂੰ ਚੰਗਾ ਨਹੀਂ ਲੱਗੇਗਾ। ਜਿਵੇਂ ਮੋਰ ਦਾ ਆਮ ਜਿਹੜੀ ਖੁਰਾਕ ਹੈ ਉਹ ਕੀੜੇ ਮਕੌੜੇ ਖਾਣਾ, ਕੁਝ ਹੱਦ ਤੱਕ ਗੰਦਗੀ ਖਾਣਾ ਵੀ ਹੈ, ਪਰ ਜੇ ਉਹਦੇ ਪੰਖ ਨੁਕਤੇ ਨੂੰ ਦੇਖਾਂਗੇ ਤਾਂ ਉਹਦੇ ਅੰਦਰ ਸੁੰਦਰਤਾ ਦੇ ਰੂਪ ਵਿੱਚ ਪ੍ਰਕਾਸ਼ ਕੀਤਾ ਹੈ। ਇਸੇ ਤਰ੍ਹਾਂ ਜੇ ਕੋਇਲ ਦੇ ਰੰਗ 'ਤੇ ਜਾਵਾਂਗੇ ਤਾਂ ਹੋ ਸਕਦਾ ਉਹਦਾ ਰੰਗ ਸਾਨੂੰ ਠੀਕ ਨਾ ਲੱਗੇ, ਪਰ ਉਹਦੇ ਅੰਦਰ ਸੰਗੀਤ ਦਾ ਐਸਾ ਮਧੁਰ ਗੁਣ ਪਾਇਆ ਹੈ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਹਰੇਕ ਸ਼ੈ ਦੇ ਵਿੱਚ, ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਦੇ ਅਕਾਲ ਪੁਰਖ ਸਰੂਪ ਨੂੰ ਸਿਮਰ ਕੇ ਆਖਦੇ ਹਨ ਕਿ ਹਰ ਸ਼ੈ ਦੇ ਅੰਦਰ ਆਪ ਜੀ ਨੇ ਵਾਸ ਕੀਤਾ ਹੋਇਆ ਹੈ। ਆਪੇ ਨਾਰੇ ਆਪੇ ਫੁਨ ਨਾਰੀ, ਆਪੇ ਸਾਰ ਆਪ ਹੀ ਪਾਸਾ। ਅਤੇ ਕਹਿੰਦੇ ਆਪ ਹੀ ਨਰ, ਨਰ ਦਾ ਭਾਵ ਹੁੰਦਾ ਪੁਰਸ਼, ਨਾਰੀ ਦਾ ਭਾਵ ਇਸਤਰੀ।
ਕਹਿੰਦੇ ਨਰ ਤੇ ਇਸਤਰੀਆਂ ਵੀ ਆਪ ਜੀ ਨੇ ਹੀ ਰਚੀਆਂ ਹਨ। ਆਪੇ ਸਾਰ ਭਾਵ ਜਿਹਦੇ 'ਤੇ ਖੇਡ ਕੀਤਾ ਜਾਂਦਾ। ਜਿਵੇਂ ਸ਼ਤਰੰਜ ਆਦਿ ਖੇਡੀ ਜਾਂਦੀ ਹੈ ਤਾਂ ਪਹਿਲਾਂ ਜਿਹੜਾ ਉਹ ਥੱਲੇ ਚਾਰਟ ਜਿਹਾ ਵਿਛਾਇਆ ਜਾਂਦਾ ਜਾਂ ਜੋ ਵੀ ਉਹਦਾ ਢੰਗ ਬਣਿਆ ਹੁੰਦਾ ਬੋਰਡ ਆਦਿਕ, ਕਹਿੰਦੇ ਉਸੇ ਤਰ੍ਹਾਂ ਫਿਰ ਸਾਰੇ ਮੋਹਰੇ ਆਪ ਟਿਕਾ ਕੇ ਫਿਰ ਆਪਣੀ ਬਾਜੀ ਆਪ ਆਰੰਭ ਕਰਦੇ ਹੋ ਅਤੇ ਆਪ ਹੀ ਦੋਵੇਂ ਸਾਜਦੇ ਹਨ। ਜਿਨ੍ਹਾਂ ਨੇ ਸ਼ਤਰੰਜ ਵਾਲਿਆਂ ਨੂੰ ਅਭਿਆਸ ਕਰਦਿਆਂ ਦੇਖਿਆ ਹੋਏਗਾ, ਸ਼ਤਰੰਜ ਖੇਡਦੇ ਤਾਂ ਭਾਵੇਂ ਦੋ ਜਣੇ ਹਨ, ਪਰ ਜਦੋਂ ਅਭਿਆਸ ਕਰਦਾ ਕਈ ਵਾਰੀ ਇਕੱਲਾ ਕਰਦਾ। ਉਹ ਕਿਵੇਂ ਕਰਦਾ ਹੈ ਕਿ ਇਹ ਉਹਨੂੰ ਪਤਾ ਹੁੰਦਾ ਕਿ ਆ ਦੂਜੀ ਧਿਰ ਦੇ ਮੋਹਰੇ ਹਨ, ਕਿ ਕਿਹੜਾ ਮੋਹਰਾ ਮੈਂ ਕਿਵੇਂ ਪ੍ਰਵੇਸ਼ ਕਰਾਉਣਾ ਹੈ। ਜਿਵੇਂ ਹੁਣ ਆ ਸਾਰੀ ਬਿਲਡਿੰਗ ਬੰਦ ਕਰ ਦਿੱਤੀ ਜਾਵੇ ਅਤੇ ਹਵਾ ਪ੍ਰਵੇਸ਼ ਕਰਾਉਣੀ ਹੋਵੇ ਤਾਂ ਅਸੀਂ ਉਹ ਥਾਂ ਲੱਭਾਂਗੇ ਜਿੱਥੇ ਛੇਕ ਆਦਿਕ ਹੋਵੇਗਾ। ਇੰਝ ਸ਼ਤਰੰਜ ਦਾ ਅਭਿਆਸ ਕਰਨ ਵਾਲਾ ਆਪੇ ਜਾਣਦਾ ਹੈ ਕਿ ਦੂਜੀ ਧਿਰ ਦੇ ਕਿਹੜੇ ਮੋੜੇ ਨੂੰ ਇੱਧਰ ਆਉਣ ਦੇਣਾ ਹੈ ਜਾਂ ਕਿਵੇਂ ਉਹਨੂੰ ਨਾਸ਼ ਕਰਨਾ। ਇਹਦਾ ਸਰਲ ਭਾਵ ਇਹ ਹੈ ਕਿ ਜਦੋਂ ਧਰਤੀ 'ਤੇ ਬਦੀ ਦਾ ਨਿਜ਼ਾਮ ਬੜਾ ਵੱਡਾ ਹੋ ਜਾਂਦਾ ਹੈ, ਸਾਨੂੰ ਲੱਗਦਾ ਕਿਤੇ ਪਰਮੇਸ਼ਰ ਦੀ ਹੋਂਦ, ਉਹਦੀ ਕਿਰਪਾ ਜਾਂ ਉਹਦਾ ਕਿਤੇ ਪ੍ਰਕਾਸ਼ ਹੈ ਹੀ ਨਹੀਂ, ਤਾਂ ਫਿਰ ਉਸ ਮੋਹਰੇ ਨੂੰ ਇੱਥੋਂ ਤੱਕ ਉਭਾਰਨਾ। ਹੁਣ ਜਿਵੇਂ ਕੋਈ ਵਸਤੂ ਹੈ ਬੜੀ ਉੱਚੀ ਚਲੀ ਜਾਵੇ ਆਪਣੇ ਹੰਕਾਰ ਕਰਕੇ, ਪਰ ਇੰਨਾ ਪਤਾ ਹੈ ਕਿ ਜਦੋਂ ਆਕਾਸ਼ ਦੇ ਵਿੱਚੋਂ ਛੁਟਕ ਗਈ, ਧਰਤੀ 'ਤੇ ਆਉਂਦਿਆਂ ਆਉਂਦਿਆਂ ਤੱਕ ਉਹਦਾ ਕੋਈ ਵਜੂਦ ਬਾਕੀ ਰਹਿਣਾ ਨਹੀਂ, ਕਿਣਕਾ ਮਾਤਰ ਵੀ ਵਜੂਦ ਨਹੀਂ ਬਾਕੀ ਰਹਿਣਾ। ਇਸ ਕਰਕੇ ਜਦੋਂ ਨੇਕੀ ਅਤੇ ਬਦੀ ਦਾ ਨਿਜ਼ਾਮ ਰਚਦੇ ਹਨ ਤਾਂ ਕਈ ਵਾਰੀ ਬਦੀ ਦਾ ਇੰਨਾ ਉਚੇਰਾ ਰੂਪ ਚਲਿਆ ਜਾਂਦਾ ਹੈ ਕਿ ਨੇਕੀ ਸਾਨੂੰ ਸਾਡੇ ਉਹਦੇ ਸਾਹਮਣੇ ਤੁੱਛ ਲੱਗਦੀ ਹੈ, ਪਰ ਫਿਰ ਵੀ ਜਿਹੜੀ ਕਿਣਕੇ ਮਾਤਰ ਨੇਕੀ ਵੀ ਹੋਵੇ ਉਹ ਬਦੀ ਦੇ ਪਹਾੜ ਦਾ ਨਾਸ਼ ਕਰ ਦਿੰਦੀ। ਇਸ ਕਰਕੇ ਭੱਟ ਸਾਹਿਬਾਨ ਆਖਦੇ ਨੇ ਆਪੇ ਸਾਰ, ਕਿ ਪਹਿਲਾਂ ਜਗਤ ਦਾ ਸਾਰਾ ਜਿਹਨੂੰ ਕਹਿ ਲਓ ਸ਼ਤਰੰਜ ਦਾ ਬੋਰਡ ਵਿਛਾਇਆ, ਫਿਰ ਇਹਦੇ ਉੱਪਰ ਨੇਕੀ ਬਦੀ ਦੇ, ਸੱਚ ਝੂਠ ਦੇ, ਗਿਆਨ ਅਗਿਆਨ ਦੇ, ਧਰਮ ਅਧਰਮ ਦੇ ਸਾਰੇ ਜਿਹੜੇ ਮੋਹਰੇ ਰਚੇ ਹਨ ਉਹਨਾਂ ਦਾ ਖੇਲ ਮਾਲਕ ਆਪ ਹੀ ਕਰਦਾ ਹੈ ਅਤੇ ਫਿਰ ਆਪੇ ਹੀ ਸਾਰੀ ਰਚਨਾ ਉਲਟਾ ਦਿੰਦਾ। ਨਾਲ ਹੀ ਜ਼ਿਕਰ ਕੀਤਾ ਆਪੇ ਨਰ। ਨਰ ਦਾ ਅਰਥ ਕੇਵਲ ਪੁਰਸ਼ ਹੀ ਨਹੀਂ ਹੁੰਦਾ, ਨਰ ਦਾ ਅਰਥ ਹੈ ਭਾਵ ਗਿਆਨ, ਨਰ ਦਾ ਅਰਥ ਹੈ ਭਾਵ ਬੁੱਧੀ, ਕਿ ਗਿਆਨ ਦੇ ਦੁਆਰਾ ਨਾਰੀ ਦਾ ਭਾਵ ਮਾਇਆ, ਕਿ ਜਿਹੜੀ ਮਾਇਆ ਹੈ ਉਹ ਕਦੇ ਗਿਆਨ ਨੂੰ ਭਰਮਾ ਲੈਂਦੀ ਹੈ। ਭਾਵ ਕਿ ਗਿਆਨੀ ਹੋਣ ਦੇ ਬਾਵਜੂਦ ਵੀ ਪਤਾ ਹੈ ਕਿ ਮਾਇਆ ਨਾਲ ਨਹੀਂ ਜਾਣੀ, ਪਰ ਤਾਂ ਵੀ ਬੰਦਾ ਭਰਮਿਆ ਰਹਿੰਦਾ ਹੈ। ਕਹਿੰਦੇ ਕਦੀ ਨਰ ਹੋ ਕੇ ਨਾਰੀ ਨੂੰ ਭਰਮਾ ਲੈਂਦੇ ਹੋ, ਕਦੇ ਨਾਰੀ ਹੋ ਕੇ ਨਰ ਨੂੰ ਭਰਮਾ ਲੈਂਦੇ ਹੋ। ਭਾਵ ਕਿ ਜਦੋਂ ਗਿਆਨ ਦਾ ਤੇਜ ਉੱਚਾ ਹੋ ਜਾਂਦਾ ਹੈ ਫਿਰ ਨਾਰੀ ਮਾਇਆ ਅਧੀਨ ਹੋ ਜਾਂਦੀ ਹੈ, ਅਤੇ ਜਦੋਂ ਮਾਇਆ ਦਾ ਤੇਜ ਹੋਵੇ ਫਿਰ ਗਿਆਨ ਉਹਦੇ ਅਧੀਨ ਹੋ ਜਾਂਦਾ ਹੈ। ਇਸ ਕਰਕੇ ਬਖਸ਼ਿਸ਼ ਕਰਦੇ ਹਨ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਬੜਾ ਤਮਾਸ਼ਾ। ਤਾਂ ਹੁਣ ਭੱਟ ਸਾਹਿਬਾਨਾਂ ਨੇ ਇੱਕ ਗੋਹਜ ਵਾਕ ਕਿਹਾ ਹੈ, ਜਿਹੜਾ ਵਾਕ ਪੂਰੇ ਸਿੱਖ ਪੰਥ ਦੀ ਟਰਡੀਸ਼ਨ ਵਿੱਚ ਚੱਲਦਾ ਹੈ। ਭੱਟ ਗੁਰੂ ਭਾਈ ਗੁਰਦਾਸ ਸਾਹਿਬ ਜੀ ਨੇ ਵਾਕ ਕਿਹਾ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਸਤਿਗੁਰੂ ਕੁਝ ਨਹੀਂ ਕਿਹਾ, ਉਹਨਾਂ ਨੇ ਕਿਹਾ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਗੁਰਮੁਖ ਹਨ ਅਤੇ ਕਲਯੁਗ ਵਿੱਚ ਪ੍ਰਗਟੇ ਹਨ। ਇਸੇ ਤਰ੍ਹਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਗੁਰਮੁਖ ਸੰਗਤ ਸਭੈ ਵਿਚਾਰੋ। ਇੱਥੇ ਵਿਚਾਰਨ ਦਾ ਭਾਵ ਹੈ ਕਿ ਗੁਰਮੁਖ ਹੋ ਕੇ, ਗੁਰਮੁਖ ਹੋਣ ਦਾ ਭਾਵ ਕੀ ਹੈ ਕਿ ਜੇ ਸਾਡੀ ਸੁਰਤ, ਹੁਣ ਜਿਵੇਂ ਇਹਨੂੰ ਸਰਲ ਢੰਗ ਦੇ ਨਾਲ ਕਹਿਣਾ ਹੋਵੇ, ਗੱਲ ਤਾਂ ਬੜੀ ਆਪਣੇ ਆਪ 'ਚ ਗੋਹਜ ਹੈ, ਸਰਲ ਐਵੇਂ ਕਹਿ ਦੇਵਾਂ ਕਿ ਅਸੀਂ ਗੁਰਮੁਖ ਕਿਹਨੂੰ ਮੰਨਦੇ, ਆਮ ਕਰਕੇ ਸਾਡੇ ਕੋਲ ਇਹਦਾ ਕੀ ਅਰਥ ਹੈ। ਜਾਂ ਤਾਂ ਉਹ ਪੂਰੀ ਤਰ੍ਹਾਂ ਸਿੱਖ ਪੰਥ ਦੀ ਅੰਮ੍ਰਿਤ ਦੀ ਦੀਖਿਆ ਲੈ ਕੇ ਪੂਰੀ ਤਰ੍ਹਾਂ ਜੀਵਨ ਸੱਜਿਆ ਹੋਵੇ, ਨਿਤਨੇਮ ਰਹਿਤ ਮਰਜ਼ਾਦਾ ਸ਼ੁਭ ਆਚਰਣ ਦਾ, ਧਰਮ ਦੇ ਸ਼ੁਭ ਸਾਰੇ ਸਿਲਸਿਲਿਆਂ ਦਾ ਧਾਰਨੀ ਹੋਵੇ, ਇਹਨੂੰ ਅਸੀਂ ਗੁਰਮੁਖ ਆਖਦੇ ਹਾਂ। ਵੱਧ ਤੋਂ ਵੱਧ ਇਹੀ ਸਾਡੇ ਕੋਲ ਪਰਿਭਾਸ਼ਾ ਹੈ। ਪਰ ਜਿਹੜੀ ਭੱਟ ਸਾਹਿਬਾਨਾਂ ਨੇ ਕਿਹਾ ਕਿ ਗੁਰਮੁਖ ਦਾ ਭਾਵ ਹੈ ਕਿ ਉਹ ਸੁਰਤ ਜਿਹੜੀ ਜਦੋਂ ਗੁਰੂ ਸਰੂਪ ਨੂੰ ਤੱਕਦੀ ਹੈ ਅਤੇ ਉਹਨੂੰ ਸੰਪੂਰਨ ਤੱਕਦੀ ਹੈ, ਸੰਪੂਰਨ ਤੱਕਦੀ ਹੈ, ਫਿਰ ਉਹਦੇ ਇਕੱਲੇ ਇਕੱਲੇ ਗੋਹਜ ਤੋਂ ਜਾਣੂ ਹੁੰਦੀ ਹੈ, ਫਿਰ ਉਹਦੇ ਵਿੱਚ ਆਪਣੇ ਆਪ ਨੂੰ ਉਹਦੇ ਮੁੱਖ ਉਹਦੇ ਸਾਹਮਣੇ ਰੱਖ ਦਿੰਦੀ ਹੈ। ਜਿਵੇਂ ਸੂਰਜ ਦੇ ਸਾਹਮਣੇ ਕੋਈ ਚੀਜ਼ ਰੱਖਦੀ, ਉਹਦਾ ਅਗਿਆਨ ਆਪਣੇ ਆਪ ਦੂਰ ਹੋ ਹਨੇਰਾ ਆਪਣੇ ਆਪ ਦੂਰ ਹੋ ਜਾਂਦਾ ਹੈ। ਗੁਰਮੁਖ ਦਾ ਭਾਵ ਉਹ ਸੁਰਤ ਹੈ ਜਿਹੜਾ ਗੁਰੂ ਦੇ ਉਪਦੇਸ਼ ਦਾ ਤੱਤ ਬੁੱਝ ਲੈਂਦੀ ਹੈ, ਜਿਹੜਾ ਗੁਰੂ ਦੇ ਉਪਦੇਸ਼ ਦਾ ਸਿਖਰ ਬੁੱਝ ਕੇ ਫਿਰ ਉਹਦੇ ਵਿੱਚ ਹੀ ਅਭੇਦ ਹੋ ਜਾਂਦੀ ਹੈ। ਅਤੇ ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਗੁਰਮੁਖ ਕਿ ਗੁਰਮੁਖਾਂ ਵਰਗੀ ਸੁਰਤ ਕਰਕੇ ਸੰਗਤ ਦੇ ਵਿੱਚ ਬੈਠ ਕੇ ਇਸ ਗੱਲ ਨੂੰ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਅਤੇ ਸਾਡੀ ਸੁਰਤ ਗੁਰਮੁਖ ਨਹੀਂ ਹੈ। ਆ ਵਰਖਾ 10 ਦਿਨ ਨਾ ਪਵੇ,
ਸਾਡਾ ਅਕਾਲ ਪੁਰਖ ਦੀ ਰਚਨਾ ਬਾਰੇ ਟਿੱਪਣੀ ਕੀ ਹੁੰਦੀ ਹੈ ਕਿ ਮਾਲਕ ਦੁਨੀਆ ਦੇ ਨਾਲ ਨਾ ਕਿਹੜ ਕੱਢ ਰਿਹਾ ਹੈ। ਪਰ ਇਹ ਨਹੀਂ ਪਤਾ ਕਿ ਜਦੋਂ ਅਸੀਂ ਇਸ ਸ੍ਰਿਸ਼ਟੀ ਦੇ ਵਿੱਚ ਰਹਿ ਰਹੇ ਹਾਂ ਅਤੇ ਇਸ ਸ੍ਰਿਸ਼ਟੀ ਦੇ ਵਿੱਚ ਅਸੀਂ ਇੰਨੀ ਤਪਸ਼ ਛੱਡ ਰਹੇ ਹਾਂ ਕਿ ਧਰਤੀ ਦਾ ਨਿਜ਼ਾਮ ਤਾਂ ਅਸੀਂ ਵਿਗਾੜ ਰਹੇ ਹਾਂ। ਅਸੀਂ ਇਸ ਗੱਲ ਦੀ ਤਲਾਸ਼ ਨਹੀਂ ਕਰਦੇ, ਸਾਡੀ ਸੁਰਤ ਗੁਰਮੁਖ ਥੋੜ੍ਹਾ ਹੈ। ਅਸੀਂ ਤਾਂ ਸੰਸਾਰੀ ਕਿਸਮ ਦੀ ਸੁਰਤ ਵਾਲੇ ਹਾਂ ਕਿ ਜਦੋਂ ਧਰਤੀ 'ਤੇ ਤਪਸ਼ ਵੱਧਦੀ ਹੈ, ਹੁਣ ਜੰਗਲ ਦੇ ਵਿੱਚ ਤਪਸ਼ ਕਿਉਂ ਨਹੀਂ ਵੱਧਦੀ? ਉੱਥੇ ਵੀ ਜੀਵ ਜਾਨਵਰ ਰਹਿ ਰਹੇ ਹਨ, ਕਿਉਂਕਿ ਉਹਨਾਂ ਨੇ ਜਿਹੜੀ ਜੰਗਲ ਦੀ ਹੋਂਦ ਹੈ, ਜਾਨਵਰਾਂ ਨੇ ਉਹਨਾਂ ਦੇ ਨਾਲ ਛੇੜਛਾੜ ਨਹੀਂ ਕੀਤਾ। ਮਨੁੱਖ ਦੀ ਹਉਮੈ ਵਾਲੀ ਸੁਰਤ ਨੇ ਕਿਹਾ ਹਰ ਜਗ੍ਹਾ ਕੰਕਰੀਟ ਹੋਣਾ ਚਾਹੀਦਾ, ਮੈਨੂੰ ਜਿਹੜੀ ਚਿੱਕੜ ਦੀ ਪਿਲਤਣ ਉਹ ਦਿਖਣੀ ਨਹੀਂ ਚਾਹੀਦੀ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਕਿ ਜਿਨ੍ਹਾਂ ਦੀ ਸੁਰਤ, ਫਿਰ ਪਹਿਲਾਂ ਕਹਿੰਦੇ ਮਾਲਕ ਕਿਹੜੇ ਕੱਢ ਰਿਹਾ, ਜੇ 2 ਦਿਨ ਬਾਰਿਸ਼ ਵੱਧ ਹੋ ਜਾਏ ਫਿਰ ਕਹਿਣਗੇ ਲੱਗਦਾ ਇਹਨੇ ਰੋੜ ਕੇ ਹਟਣਾ ਹੈ। ਮਤਲਬ ਕੁਦਰਤੀ ਕਈ ਦਫਾ ਲੋਕਾਂ ਦੀ ਆਮ ਗੱਲਬਾਤ ਸੁਣੀ ਦੀ ਹੈ ਤਾਂ ਫਿਰ ਸੋਚੀਦਾ ਕਿ ਇਹਨਾਂ ਨੇ ਇੱਕ ਓਂਕਾਰ ਨੂੰ ਕਦੇ ਮੱਥਾ ਟੇਕਿਆ ਵੀ ਹੈ ਕਿ ਨਹੀਂ ਟੇਕਿਆ ਹੈ। ਤੁਹਾਡੇ ਤੋਂ ਇਲਾਵਾ ਹੁਣ ਅਸੀਂ ਜਿਹੜੀ ਜ਼ਮੀਨ 'ਤੇ ਚੱਲਦੇ ਹਾਂ, ਅਸੀਂ ਜੀਵ ਵਿਗਿਆਨੀ ਤਾਂ ਹੈ ਨਹੀਂ ਕਿ ਸਾਡੇ ਇੱਥੋਂ ਚੱਲਣ ਦਾ ਘਰ ਤੱਕ ਜਿੰਨੇ ਜੀਵ ਸਾਡੇ ਪੈਰਾਂ ਹੇਠ ਆਉਂਦੇ ਹਨ, ਉਹਨਾਂ ਜੀਵਾਂ ਦੇ ਜੀਵਨ ਦੀ ਕੀ ਖੁਰਾਕ ਹੈ ਜਾਂ ਉਹਨਾਂ ਦਾ ਕਿਵੇਂ ਦਾ ਜੀਵਨ ਹੈ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ। ਜੀ ਇੱਕ ਆਪ ਜੀ ਦੇ ਸਾਹਮਣੇ ਮੈਂ ਕਿਸੇ ਦਵਾ ਵਾਈਟ ਏਕਰ ਵਰਲਡ ਆਫ ਫੈਕਟਸ, ਬੜੀ ਮੋਟੀ ਕਿਤਾਬ ਹੈ, 12-15 ਹਜ਼ਾਰ ਰੁਪਏ ਦੀ, ਉਹਦੇ ਵਿੱਚ ਇੱਕ ਤੱਥ ਪੜ੍ਹਿਆ ਸੀ ਕਿ ਜਿਹੜੇ ਦੇਸ਼ਾਂ ਵਿੱਚ ਲਗਾਤਾਰ 12 ਮਹੀਨੇ ਬਰਫ਼ ਜੰਮੀ ਰਹਿੰਦੀ ਹੈ, ਸਾਨੂੰ ਲੱਗਦਾ ਇਹ ਉਂਝ ਹੀ ਜੰਮੀ ਰਹਿੰਦੀ ਹੈ, ਜਾਂ ਉੱਥੋਂ ਦੇਸ਼ਾਂ ਦਾ ਮਾਹੌਲ ਹੀ ਇਵੇਂ ਦਾ, ਉੱਥੋਂ ਦਾ ਜਲਵਾਯੂ ਵਾਤਾਵਰਨ ਹੀ ਇਵੇਂ ਦਾ। ਪਰ ਉਹਦੇ ਵਿੱਚ ਜਿਹੜੇ ਉੱਥੋਂ ਦੇ ਕਈ ਵਿਗਿਆਨੀਆਂ ਨੇ ਖੋਜ ਕੀਤੀ ਕਿ ਕੋਈ 100-200 ਦੇ ਕਰੀਬ ਐਸੀ ਪ੍ਰਜਾਤੀ ਹੈ, ਉੱਥੇ ਜੀਵ ਜੰਤੂ ਹਨ ਕਿ ਜੇ ਉਹਨਾਂ ਨੂੰ 12 ਮਹੀਨੇ ਬਰਫ਼ ਨਾ ਮਿਲੇ ਤਾਂ ਉਹ ਉਂਝ ਹੀ ਮਰ ਜਾਣ। ਮਤਲਬ ਉਸ ਇੰਨੀ ਠੰਡ ਦੇ ਵਿੱਚ ਜਿੱਥੇ ਜਾ ਕੇ ਮਨੁੱਖ ਦੀ ਹੋਂਦ ਖਤਮ ਹੋ ਜਾਂਦੀ ਹੈ, ਉਸ ਅੱਤ ਠੰਡ ਦੇ ਵਿੱਚ ਵੀ ਮਾਲਕ ਨੇ ਕਈ ਐਸੇ ਜੀਵ ਰਚੇ ਹੋਏ ਹਨ। ਜਿਹੜੀ ਗੁਰਮੁਖ ਦੀ ਸੁਰਤ ਹੈ ਉਹ ਧਰਤੀ ਦੇ ਕਿਸੇ ਨਿਜ਼ਾਮ ਨੂੰ ਗਲਤ ਨਹੀਂ ਕਹਿੰਦੀ, ਉਹ ਕਹਿੰਦੀ ਸਭ ਸੰਪੂਰਨ ਚੱਲ ਰਿਹਾ ਹੈ। ਇਸ ਕਰਕੇ ਜਿਵੇਂ ਕਈ ਵਾਰੀ ਬਦੀ ਦਾ ਵਹਿਣ ਵੱਧ ਰਿਹਾ ਹੁੰਦਾ ਹੈ, ਸਾਨੂੰ ਲੱਗਦਾ ਪਰਮੇਸ਼ਰ ਦੀ ਹੋਂਦ ਹੈ ਹੀ ਨਹੀਂ, ਪਰ ਉਹ ਮਾਲਕ ਨੇ ਦੱਸਣਾ ਹੁੰਦਾ ਕਿ ਜਿਹੜੀ ਬਦੀ ਹੈ 100 ਸਾਲ ਦੀ ਹੋ ਜਾਵੇ ਅਤੇ ਨੇਕੀ ਦਾ ਇੱਕ ਦਿਨ ਦਾ ਜੀਵਨ ਬਦੀ ਦਾ ਨਾਸ਼ ਕਰ ਦਿੰਦਾ ਹੈ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਬੜਾ ਤਮਾਸ਼ਾ ਕਿ ਮਾਲਕ ਨੇ ਅਚਰਜ ਖੇਲ ਰਚਿਆ ਹੈ। ਕੀਆ ਖੇਡ ਬਲ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਹੁਣ ਭੱਟ ਸਾਹਿਬਾਨ ਜੀ ਆਖਦੇ ਨੇ ਕੀਆ ਖੇਲ, ਅਤੇ ਖੇਲ ਦਾ ਭਾਵ ਜਿਹੜਾ ਨਿਰੰਤਰ ਚੱਲ ਰਿਹਾ ਹੈ, ਜਿਹੜਾ ਇੱਕ ਪਾਸੇ ਸਮਾਪਤ ਹੋ ਰਿਹਾ ਪਰ ਦੂਜੇ ਪਾਸੇ ਵੱਧਦਾ ਜਾ ਰਿਹਾ ਹੈ। ਕਹਿੰਦੇ ਵੱਡ ਮੇਲ ਤਮਾਸ਼ਾ, ਕਿ ਇੰਨੇ ਵੱਡੇ ਚੀਜ਼ਾਂ ਦਾ ਮੇਲ ਕਰਕੇ ਤਮਾਸ਼ਾ ਰਚਿਆ ਹੋਇਆ। ਵਾਹਿਗੁਰੂ ਤੇਰੀ ਸਭ ਰਚਨਾ। ਹੁਣ ਜੇ ਗੁਰੂ ਨੂੰ ਇਕੱਲਾ ਗੁਰੂ ਨੂੰ ਕੇਵਲ ਸਰਗੁਣ ਰੂਪ ਦੇ ਵਿੱਚ ਤੱਕੀਏ ਤਾਂ ਫਿਰ ਸਾਨੂੰ ਕਿਸੇ ਸਮੇਂ ਜਾ ਕੇ ਸਾਡੀ ਸੁਰਤ ਖੁਸ਼ਕ ਹੋ ਜਾਏਗੀ। ਉਹਨੇ ਕਹਿਣਾ ਗੁਰੂ ਦਾ ਇਹ ਤੋਂ ਅੱਗੇ ਪ੍ਰਕਾਸ਼ ਕੀ ਹੈ। ਜਿਵੇਂ ਅਸੀਂ ਹਰਿਮੰਦਰ ਸਾਹਿਬ ਦੇਖਦੇ ਹਾਂ, ਜ਼ਿੰਦਗੀ 'ਚ ਧਰਮ ਦੀ ਤਾਲੀਮ ਲੈਣੀ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਧਰਮ ਦੀ ਤਾਲੀਮ ਨਹੀਂ ਲੈਂਦੇ ਉਹਨਾਂ ਨੂੰ ਨਾਸਤਿਕ ਦੀ ਕੈਟਾਗਰੀ 'ਚ ਵੀ ਨਹੀਂ ਰੱਖਿਆ ਜਾ ਸਕਦਾ। ਨਾਸਤਿਕ ਉਹ ਹੁੰਦੇ ਹਨ ਜਿਨ੍ਹਾਂ ਨੇ ਇੱਕ ਵਾਰੀ ਤਾਂ ਰੱਬ ਵੱਲ ਟਿੱਲ ਲਾਇਆ ਕਿ ਉਹ ਹੈ ਕੀ, ਨਹੀਂ ਮਿਲਿਆ ਫਿਰ ਕਿਆ ਨਹੀਂ ਹੈਗਾ। ਪਰ ਅਸੀਂ ਐਸੇ ਆ, ਨਾ ਤਾਂ ਅਸੀਂ ਟਿੱਲ ਲਾਉਂਦੇ ਹਾਂ, ਨਾ ਧਰਮ ਦੀ ਤਾਲੀਮ ਲੈਂਦੇ ਹਾਂ, ਨਾ ਕੋਈ ਅਨੁਭਵ ਕਮਾਉਂਦੇ ਹਾਂ, ਉਂਝ ਹੀ ਆਧਾਰਿਤ ਕੱਚੇ ਪਿੱਛੇ ਢੰਗ ਨਾਲ ਚੱਲੀ ਜਾਂਦੇ ਹਾਂ। ਤਾਂ ਭੱਟ ਸਾਹਿਬਾਨਾਂ ਨੇ ਕੀਆ ਖੇਲ ਵੱਡ ਮੇਲ ਤਮਾਸ਼ਾ। ਜਿਵੇਂ ਹਰਿਮੰਦਰ ਸਾਹਿਬ ਨੂੰ ਦੇਖਣਾ ਸਾਡੀ ਦ੍ਰਿਸ਼ਟੀ ਕੀ ਹੈ, ਅਤੇ ਪ੍ਰੋਫੈਸਰ ਪੂਰਨ ਸਿੰਘ ਦੀ ਦ੍ਰਿਸ਼ਟੀ ਦੇਖਿਓ ਕਿ ਪ੍ਰੋਫੈਸਰ ਪੂਰਨ ਸਿੰਘ ਹਰਿਮੰਦਰ ਸਾਹਿਬ ਨੂੰ ਕਿਵੇਂ ਦੇਖਦੇ ਹਨ। ਉਹਨਾਂ ਨੇ ਹਰਿਮੰਦਰ ਸਾਹਿਬ ਦੇ ਬਾਰੇ ਇੱਕ ਵਾਕਿਆ ਹੈ ਕਿ ਹਰਿਮੰਦਰ ਸਾਹਿਬ ਧਰਤੀ ਅਤੇ ਪਤਾਲ ਦੇ, ਆਕਾਸ਼ ਅਤੇ ਪਤਾਲ ਦੇ ਵਿੱਚ, ਧਰਤੀ 'ਤੇ ਸਥਾਪਿਤ ਹੈ ਨਾ, ਆਕਾਸ਼ ਅਤੇ ਪਤਾਲ ਦੇ ਵਿੱਚ ਮਾਲਕ ਦਾ ਸ਼ੁਭ ਗੁਣਾਂ ਦੇ ਨਾਲ, ਉਹਦੇ ਪੂਰੇ ਤੇਜ ਪ੍ਰਕਾਸ਼ ਦੇ ਨਾਲ ਝੂਲਦਾ ਹੋਇਆ ਪੰਘੂੜਾ ਹੈ, ਅਤੇ ਜਿਹੜਾ ਇਹਦੇ ਵਿੱਚ ਸਵਾਰ ਹੁੰਦਾ ਹੈ ਉਹੀ ਆਕਾਸ਼ ਦੇ ਨਾਲ ਅਭੇਦ ਹੁੰਦਾ ਹੈ। ਉਹਨਾਂ ਬੜੇ ਕਮਾਲ ਦਾ ਹਰਿਮੰਦਰ ਸਾਹਿਬ ਦਾ ਜਿਹੜਾ ਕਮਾਲ ਦਾ ਉਹਨਾਂ ਦ੍ਰਿਸ਼ ਚਿਤਵਿਆ ਹੈ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਵਾਹਿਗੁਰੂ ਤੇਰੀ ਸਭ ਰਚਨਾ, ਕਿ ਮਾਲਕ ਤੇਰੀ ਰਚਨਾ ਇਤਨੀ ਅਚਰਜ ਹੈ। ਇਸ ਕਰਕੇ ਆਖਦੇ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ,
ਤੂੰ ਜਲ ਥਲ ਦੇ ਵਿੱਚ ਵਿਆਪਕ ਹੋ ਕੇ ਗਗਨ ਆਕਾਸ਼ ਦੇ ਵਿੱਚ ਵੀ ਹੈ, ਪਤਾਲ ਭਾਵ ਕਿ ਪਤਾਲ ਪਾਣੀ ਲੋਕ ਦੇ ਵਿੱਚ ਵੀ ਹੈ, ਪੂਰ ਰਹਿਆ ਸਾਰਿਆਂ ਦੇ ਵਿੱਚ ਪੂਰਨ ਹੈ। ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ, ਤੇ ਇਹਦੇ ਅੰਮ੍ਰਿਤ ਰੂਪ ਬਚਨ ਜਿਹੜੇ ਬਾਣੀ ਦੁਆਰਾ ਉਚਰਿਤ ਹੁੰਦੇ ਹਨ ਅਤ ਮਿੱਠੇ ਹਨ। ਮਾਨੇ ਬ੍ਰਹਮਾਦਿਕ ਰੁਦਰਾਦਿਕ ਕਾਲ ਕਾਲ ਨਿਰੰਜਨ ਜਚਨਾ। ਤੇ ਕਹਿੰਦੇ ਬ੍ਰਹਮਾਦਿਕ ਬ੍ਰਹਮਾ ਵਰਗੇ ਵੱਡੇ ਰਿਸ਼ੀ ਵਾਰ ਜਿਨ੍ਹਾਂ ਨੂੰ ਜਗਤ ਦੀ ਰਚਨਾ ਦੇ ਕਰਤਾ ਮੰਨਿਆ ਜਾਂਦਾ ਹੈ, ਕਹਿੰਦੇ ਉਹ ਵੀ ਆਪ ਜੀ ਨੂੰ ਮੰਨਦੇ ਹਨ, ਭਾਵ ਕਿ ਤੁਹਾਡੀ ਸੱਤਾ ਬ੍ਰਹਮਾ ਜੀ ਤੋਂ ਵੀ ਉੱਪਰ ਹੈ। ਰੁਦਰਾਦਿਕ ਸੰਸਾਰ ਦਾ ਨਾਸ਼ ਕਰਨ ਵਾਲਾ ਦੇਵਤਾ ਜਿਹਨੂੰ ਸ਼ਿਵ ਕਿਹਾ ਜਾਂਦਾ ਹੈ, ਕਹਿੰਦੇ ਉਹ ਵੀ ਆਪ ਦੇ ਸਰੂਪ ਦੀ ਸੱਤਾ ਨੂੰ ਮੰਨਦਾ, ਭਾਵ ਕਿ ਕਾਲ ਕਾ ਕਾਲ, ਕਿ ਜਿਵੇਂ ਸ਼ਿਵ ਜੀ ਨੂੰ ਕਾਲ ਦਾ ਕਰਤਾ ਮੰਨਿਆ ਜਾਂਦਾ ਕਿ ਸਾਰੇ ਜੀਵ ਸੰਸਾਰ ਦੀ ਨਾਸ਼ਨਾ ਕਰਨ ਵਾਲਾ ਦੇਵਤਾ ਸ਼ਿਵ ਹੈ, ਕਹਿੰਦੇ ਆਪ ਜੀ ਉਹਦਾ ਵੀ ਕਾਲ ਕਰਨ ਵਾਲੇ। ਇਸ ਕਰਕੇ ਕਾਲ ਜਿਹਦੇ ਕਰਕੇ ਸਾਰਾ ਜਗਤ ਉਹਦੇ ਅਧੀਨ ਚੱਲਦਾ ਹੈ। ਕਾਲ ਦਾ ਭਾਵ ਦੁੱਖ ਥੁੜ ਤਕਲੀਫ ਮੌਤ ਚਿੰਤਾ, ਇਹ ਸਾਰੇ ਕਾਲ ਦੇ ਪੱਧਰ ਹਨ। ਕਹਿੰਦੇ ਇਹਦੇ ਨਾਲ ਸਾਰਾ ਜਗਤ ਨੱਥਿਆ ਹੋਇਆ ਹੈ, ਪਰ ਉਹੀ ਕਾਲ ਜਿਹੜਾ ਸਾਰੇ ਜਗਤ ਨੂੰ ਆਪਣੇ ਅਧੀਨ ਚਲਾਉਂਦਾ ਉਹ ਵੀ ਤੁਹਾਡੇ ਅਧੀਨ ਹੈ। ਗੁਰ ਪ੍ਰਸਾਦ ਪਾਈਐ ਪਰਮਾਰਥ, ਸਤ ਸੰਗਤ ਸੇਤੀ ਮਨ ਖਚਨਾ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਗੁਰ ਪ੍ਰਸਾਦ, ਕਿ ਜਦ ਗੁਰ ਕਿਰਪਾ ਹੋ ਜਾਵੇ, ਗਿਆਨ ਦੀ ਜੁਗਤ ਦਾ ਪ੍ਰਕਾਸ਼ ਹੋ ਜਾਵੇ, ਸ਼ਬਦ ਦਾ ਭੇਦ ਪ੍ਰਾਪਤ ਹੋ ਜਾਵੇ, ਪਾਈਐ ਪਰਮਾਰਥ। ਪਰਮਾਰਥ ਦਾ ਅਰਥ ਹੈ ਕਿ ਸ਼ੁਭ ਰਸਤਾ, ਉਹ ਪਰਮ ਅਰਥ, ਪਰਮ ਮਾਰਗ ਜਿਹਦੇ 'ਤੇ ਚੱਲਿਆ ਮਨੁੱਖ ਦੀ ਕਲਿਆਣ ਹੁੰਦੀ। ਕਹਿੰਦੇ ਸਤ ਸੰਗਤ ਛੇਤੀ ਮਨ ਖਚਨਾ। ਅਤੇ ਜੇ ਗੁਰ ਕਿਰਪਾ ਹੋ ਜਾਵੇ, ਅਧਿਆਤਮਿਕ ਮਾਰਗ ਦੀ ਸੋਝੀ ਹੋ ਜਾਂਦੀ ਹੈ ਅਤੇ ਮਨ ਨਿਰੋਲ ਸਤਿਗੁਰੂ ਸਰੂਪ ਵੱਲ ਖਿੱਚਿਆ ਭਾਵ ਜੁੜ ਜਾਂਦਾ ਹੈ। ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਇਸ ਕਰਕੇ ਹੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਅਕਾਲ ਪੁਰਖ ਸਰੂਪ ਜੀਓ, ਆਪ ਜੀ ਨੇ ਕੀਆ ਖੇਲ, ਵੱਡਾ ਖੇਲ ਰਚ ਕੇ ਐਸਾ ਮੇਲ ਤਮਾਸ਼ਾ ਬਣਾਇਆ ਹੈ, ਅਤੇ ਸਾਰਾ ਕੁਝ ਆਪ ਜੀ ਦੀ ਰਚਨਾ ਹੈ। ਅਗੰਮ ਅਨੰਤ ਅਨਾਦ ਆਦ, ਜਿਸ ਕੋਏ ਨਾ ਜਾਣੈ। ਤਾਂ ਹੁਣ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜਿਸ ਅਕਾਲ ਪੁਰਖ ਨੂੰ ਅਗੰਮ ਕਿਹਾ ਜਾਂਦਾ ਹੈ। ਅਗੰਮ ਦਾ ਭਾਵ ਮਨ ਕਰਕੇ ਅਸੀਂ ਚੀਜ਼ਾਂ ਨੂੰ ਜਾਣਦੇ ਹਾਂ, ਬੁੱਧੀ ਕਰਕੇ ਜਾਣਦੇ ਹਾਂ, ਕਲਪਨਾ ਕਰਕੇ ਜਾਣਦੇ ਹਾਂ, ਜਾਂ ਜਿਹੜਾ ਪ੍ਰਤੱਖ ਗਿਆਨ ਹੈ ਉਹਦੇ ਕਰਕੇ ਜਾਣਦੇ ਹਾਂ। ਪਰ ਕਹਿੰਦੇ ਪਰਮੇਸ਼ਰ ਦਾ ਸਰੂਪ ਅਗੰਮ ਹੈ, ਉਹ ਮਨ ਬੁੱਧੀ ਕਲਪਨਾ ਦੇ ਦੁਆਰਾ ਵੀ ਨਹੀਂ ਜਾਣਿਆ ਜਾਂਦਾ। ਗਿਆਨ ਇੰਦਰੀਆਂ ਦਾ ਅਨੁਭਵ ਵੀ ਉਹਨੂੰ ਪੂਰਾ ਜਿਹੜਾ ਨਹੀਂ ਅਨੁਭਵ ਕਰ ਸਕਦਾ, ਇਸ ਕਰਕੇ ਉਹ ਅਗੰਮ ਹੈ। ਅਨੰਤ, ਕਿਸੇ ਤਰੀਕੇ ਦੇ ਨਾਲ ਖੰਡਾ ਬ੍ਰਹਿਮੰਡਾਂ ਦੀ ਗਿਣਤੀ ਕਰ ਲਈ ਜਾਵੇ, ਸਾਰੀ ਰਚਨਾ ਜਿਤਨੀ ਪਸਰੀ ਹੋਈ ਦਾ ਮਾਪ ਤੋਲ ਕਰ ਲਿਆ ਜਾਵੇ, ਤਾਂ ਭੱਟ ਸਾਹਿਬਾਨ ਆਖਦੇ ਹਨ ਅਨੰਤ, ਤਾਂ ਵੀ ਉਹਦਾ ਅੰਤ ਤਸੱਵਰ ਨਹੀਂ ਹੁੰਦਾ ਹੈ। ਅਨਾਦ, ਕਿ ਜਿਹਦੇ ਅਨਾਦੀ ਆਰੰਭ ਦਾ ਭਾਵ ਕਿ ਆਰੰਭ ਦਾ ਸਮਾਂ ਤਸੱਵਰ ਕਰਨਾ ਹੋਵੇ। ਜਿਵੇਂ ਵੇਦਾਂ ਨੇ ਕਈ ਵਰ੍ਹਿਆਂ ਦੀ ਭਾਵ ਕਿ ਯੁੱਗਾਂ ਦੀ ਗਿਣਤੀ ਬਣਾ ਕੇ ਉਹਨਾਂ ਦੱਸਿਆ ਕਿ ਇੱਕ ਯੁੱਗ ਦੀ ਉਮਰ 4,56,000 ਸਾਲ ਹੁੰਦੀ ਹੈ, ਜਾਂ ਕਈ ਇੰਜ ਉਹਨਾਂ ਨੇ ਹਰੇਕ ਯੁੱਗ ਦੀ ਉਮਰ ਬਣਾਈ ਹੈ। ਪਰ ਭੱਟ ਸਾਹਿਬਾਨ ਆਖਦੇ ਹਨ ਅਨਾਦ, ਕਿ ਉਸ ਸਮੇਂ ਦਾ ਵੀ ਕੋਈ ਆਰੰਭ ਨਹੀਂ ਜਾਣ ਸਕਦਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਵਾਕ ਹਨ, ਥਿਤ ਵਾਰ ਨਾ ਜੋਗੀ ਜਾਣੈ, ਕਿ ਜਦੋਂ ਰਚਨਾ ਆਰੰਭ ਹੋਈ ਕੋਈ ਨਹੀਂ ਜਾਣਦਾ। ਆਦ ਜਿਸ ਕੋਏ ਨਾ ਜਾਣੈ, ਕਹਿੰਦੇ ਐਸੇ ਗੁਣਾਂ ਵਾਲਾ ਪਰਮੇਸ਼ਰ ਜਿਹੜਾ ਅਗੰਮ ਅਨੰਤ ਅਨਾਦ ਆਦ ਤੋਂ ਹੈ, ਜਿਹਨੂੰ ਕੋਈ ਨਹੀਂ ਜਾਣ ਸਕਿਆ ਹੈ। ਸਿਵ ਬਿਰੰਚ ਤਰ ਧਿਆਨ ਨਿਤਹਿ, ਜਿਸ ਬੇਦ ਬਖਾਣੈ। ਤੇ ਬ੍ਰਹਮਾ ਤੇ ਸ਼ਿਵ ਵਰਗੇ ਵੱਡੇ ਰਿਸ਼ੀ ਵਰ, ਸੰਸਾਰ ਦੇ ਪ੍ਰਮੁੱਖ ਮੰਨੇ ਜਾਣ ਵਾਲੇ ਦੇਵਤੇ, ਕਹਿੰਦੇ ਸਦਾ ਜਿਸ ਅਕਾਲ ਪੁਰਖ ਦਾ ਧਿਆਨ ਧਰਦੇ ਹਨ, ਅਤੇ ਵੇਦਾਂ ਦੇ ਵਿੱਚ ਜਿਸ ਪਰਮੇਸ਼ਰ ਦੇ ਸਰੂਪ ਦਾ ਵਿਖਿਆਨ ਹੁੰਦਾ ਹੈ। ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਅਤੇ ਜੋ ਪਰਮੇਸ਼ਰ ਨਿਰਾਕਾਰ ਹੈ, ਨਿਰਵੈਰ ਹੈ, ਜਿਹਦੇ ਬਿਨਾਂ ਜਗਤ ਦੀ ਕੋਈ ਦੂਸਰੀ ਹਸਤੀ ਹੀ ਨਹੀਂ ਹੈ। ਭੰਜਨ ਗੜਨ ਸਮੱਥ, ਤਰਨ ਤਾਰਨ ਪ੍ਰਭ ਸੋਈ, ਅਤੇ ਜਿਹੜਾ ਜੀਵਾਂ ਨੂੰ ਰਚਣ ਦੇ, ਭੰਜਨ ਦਾ ਭਾਵ ਤੋੜਨ ਦੇ, ਚਲਾਉਣ ਦੇ ਸਮਰੱਥ ਹੈ। ਕਹਿੰਦੇ ਤਰਨ ਤਾਰਨ ਹੈ,
ਫਿਰ ਸਾਰੇ ਜਗਤ ਦਾ ਉਧਾਰਕ ਕਰਤਾ ਹੈ। ਨਾਨਾ ਪ੍ਰਕਾਰ ਜਿਨ ਜਗ ਕੀਓ, ਜਨ ਮਥੁਰਾ ਰਸਨਾ ਰਸੈ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜਿਸ ਅਕਾਲ ਪੁਰਖ ਸਿਰਜਣਹਾਰ ਨੇ, ਜਿਸ ਕਰਤਾ ਪੁਰਖ ਨੇ ਅਨੇਕ ਪ੍ਰਕਾਰ ਦੇ ਜਗਤ ਰਚੇ ਹਨ, ਜੀਵਾਂ ਦੇ ਅੰਦਰ ਜੀਵਾਂ ਦੀ ਹੋਂਦ ਬਣਾਈ ਹੈ। ਕਹਿੰਦੇ ਜਨ ਮਥੁਰਾ, ਭੱਟ ਮਥੁਰਾ ਜੀ ਉਚਾਰਨ ਕਰਦੇ ਹਨ, ਰਸਨਾ ਰਸੈ। ਐਸੇ ਅਕਾਲ ਪੁਰਖ ਦੇ ਧਿਆਨ ਨਾਲ, ਜਿਹਦੀ ਆਰਾਧਨਾ ਦੇ ਨਾਲ ਜੀਵਨ ਜਿਹੜਾ ਆਨੰਦ ਸਹਿਤ ਤ੍ਰਿਪਤ ਹੋ ਜਾਂਦਾ, ਕਹਿੰਦੇ ਉਹੀ ਸਾ ਅਕਾਲ ਪੁਰਖ ਸ੍ਰੀ ਸਤਿਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ। ਕੇ ਐਸਾ ਅਕਾਲ ਪੁਰਖ ਸਿਰਜਣਹਾਰ ਜੋ ਅਗੰਮ ਅਨਾਦ ਅਨੰਤ ਹੈ, ਤਰਨ ਤਾਰਨ ਭੰਜਨ ਗੜਨ ਸਮਰੱਥ ਹੈ, ਕਰਤਾ ਪੁਰਖ ਹੈ, ਸਾਰੇ ਜਗਤ ਵਿੱਚ ਵਿਆਪਕ। ਕਹਿੰਦੇ ਉਹੀ ਕਰਤਾ ਪੁਰਖ ਗੁਰੂ ਰਾਮਦਾਸ ਸਾਹਿਬ ਜੀ ਦੇ ਚਿੱਤ ਅੰਦਰ ਵਸਦਾ ਹੈ। ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ ਅਕਾਲ ਪੁਰਖ ਦਾ ਸੰਪੂਰਨ ਸਰਗੁਣੀ ਪ੍ਰਕਾਸ਼ ਹਨ। ਗੁਰੂ ਸਮਰੱਥ ਗਹਿ ਕਰੀਆ, ਧਰੁਵ ਬੁੱਧ ਸੁਮਤ ਸਮਾਰਨ ਕੋ। ਤਾਂ ਹੁਣ ਭੱਟ ਮਥੁਰਾ ਜੀ ਜ਼ਿਕਰ ਕਰਦੇ ਹਨ ਕਿ ਅਸੀਂ ਕਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣੇ। ਕਹਿੰਦੇ ਜਦੋਂ ਸੰਸਾਰ ਨੂੰ ਤੱਕਿਆ, ਇੱਥੇ ਮਾਇਆ ਦਾ ਪਰਪੰਚ ਸੀ, ਅਗਿਆਨ ਦਾ ਬੋਲਬਾਲਾ ਸੀ, ਵਾਸਨਾ ਦੀ ਲਹਿਰਾਂ ਸੀ, ਤ੍ਰਿਸ਼ਨਾ ਦੀ ਅੱਗ ਸੀ, ਮਨਮੁਖਤਾ ਦੇ ਵੱਡੇ ਝੱਖੜ ਸਨ, ਦੁਰਮਤ ਦੇ ਵੱਡੇ ਵਹਿਣ ਸਨ, ਜਿਹੜੇ ਜੀਵਨ ਨੂੰ ਇੱਕੋ ਵਾਰੀ ਵਹਾ ਕੇ ਲਿਜਾ ਸਕਦੇ ਸਨ। ਤਾਂ ਕਹਿੰਦੇ ਫਿਰ ਯਤਨ ਕੀਤਾ ਕਿ ਬਾਕੀ ਸਾਰਾ ਜਗਤ ਚੱਲਣਹਾਰ ਹੈ, ਚਾਹੇ ਉਹ ਮਾਇਆ ਵੀ ਕਿਉਂ ਨਹੀਂ ਹੈ, ਪਰ ਮਾਇਆ ਦੇ ਸਿਰਜਣਹਾਰ ਗੁਰੂ ਰਾਮਦਾਸ ਸਾਹਿਬ ਜੀ ਸਦਾ ਅਬ ਚੱਲ ਹਨ। ਕਹਿੰਦੇ ਗੁਰੂ ਸਮਰੱਥ, ਭਾਵ ਕਿ ਪ੍ਰਤੱਖ ਦੇਖਿਆ ਨਾ ਉਹਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ, ਤਾਂ ਉਹਨਾਂ ਨੇ ਗੁਰੂ ਕਿਹਾ ਹੈ। ਕਹਿੰਦੇ ਗੁਰੂ ਸਮਰੱਥ ਗਹਿ ਕਰੀਆ, ਕਿ ਮੈਂ ਅੱਗੇ ਹੋ ਕੇ ਉਹਨਾਂ ਦੀ ਬਾਂਹ, ਭਾਵ ਕਿ ਉਹਨਾਂ ਦੇ ਮੁਬਾਰਕ ਚਰਨ ਪਕੜ ਲਏ ਹਨ, ਜਾਂ ਗਹਿ ਕਰੀਆ ਭਾਵ ਕਿ ਆਪਣੀ ਬਾਂਹ ਅੱਗੇ ਕੀਤੀ, ਉਹਨਾਂ ਨੇ ਕਿਰਪਾ ਕਰਕੇ ਪਕੜ ਲਈ ਹੈ। ਧਰੁਵ ਬੁੱਧ, ਤੇ ਹੁਣ ਬੁੱਧੀ ਨੂੰ ਨਿਸ਼ਚੇ ਕਰਕੇ ਅਡੋਲ ਕਰ ਦਿੱਤਾ ਹੈ। ਸੁਮਤ ਸੁਮਾਰਨ ਕਹੋ, ਕਿ ਬੁੱਧੀ ਅੰਦਰ ਜਦ ਆਪਣਾ ਉਪਦੇਸ਼ ਦ੍ਰਿੜ ਕਰਵਾਇਆ। ਗੁਰੂ ਨੂੰ ਬਾਂਹ ਪਕੜਾਉਣ ਦਾ ਮਤਲਬ ਹੈ ਕਿ ਗੁਰੂ ਕੇ ਸ਼ਬਦ ਦਾ, ਜਿਵੇਂ ਛੋਟਾ ਬੱਚਾ ਹੁੰਦਾ ਹੈ, ਉਹ ਇੱਕ ਬਾਂਹ ਪਕੜਾਵੇ ਤਾਂ ਉਹ ਇੱਕ ਬਾਂਹ ਦੇ ਨਾਲ ਦੂਜੀ ਬਾਂਹ ਪਕੜ ਕੇ ਮਾਂ ਉਹਦੀ ਸਾਰਾ ਹੀ ਉਠਾ ਲੈਂਦੀ ਹੈ ਉਹਨੂੰ। ਤਾਂ ਭੱਟ ਸਾਹਿਬਾਨ ਕਹਿੰਦੇ ਹਨ ਕਿ ਅਸੀਂ ਆਪਣੀ ਬੁੱਧ ਗੁਰੂ ਨੂੰ ਸਮਰੱਥ ਕਰਕੇ ਜਦੋਂ ਹੀ ਅਰਪਣ ਕੀਤੀ, ਤਾਂ ਗੁਰੂ ਸਾਹਿਬ ਜੀ ਨੇ ਸਮੱਤ ਦੇ ਕੇ ਐਸੀ ਸੰਭਾਲਣ ਦਾ ਹੁਨਰ ਦਿੱਤਾ ਹੈ। ਫੁਨ ਧਰਮ ਤੁਜਾ ਫਹਿਰੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕੋ। ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਬਾਰਕ ਦਰ 'ਤੇ ਕਹਿੰਦੇ ਧਰਮ ਦਾ ਝੰਡਾ ਝੁੱਲਦਾ ਹੈ। ਧਰਮ ਦੇ ਝੰਡਾ ਝੁੱਲਣ ਦਾ ਭਾਵ ਇਹ ਹੈ ਕਿ ਜਿਹੜਾ ਅਗਿਆਨ ਵਿਕਾਰ ਵਾਸਨਾਵਾਂ ਵਿੱਚ ਖੁਆਰ ਹੋ ਗਿਆ ਹੈ, ਉਹ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਆ ਜਾਵੇ। ਕਹਿੰਦੇ ਸਦਾ ਅਗ, ਹਰ ਵੇਲੇ ਜੀਵਨ ਦੇ ਅੰਦਰੋਂ ਐਸੇ ਪੈਦਾ ਹੋਣ ਵਾਲੇ ਪਾਪ ਜਿਹੜੇ ਕਦੇ ਫੁਰਨਿਆਂ ਦੇ ਰੂਪ ਵਿੱਚ ਹੁੰਦੇ ਨੇ, ਕਦੇ ਕਰਮ ਦੇ ਰੂਪ ਵਿੱਚ ਹੁੰਦੇ ਨੇ, ਕਹਿੰਦੇ ਅਗ ਪੁੰਜ ਤਰੰਗ ਨਿਵਾਰਨ ਕਹੋ। ਤੇ ਉਹਨਾਂ ਵੀ ਸਾਰੇ ਜਿਹੜੀ ਪਾਪ ਦੀਆਂ ਲਹਿਰਾਂ ਤੇ ਉਹਨਾਂ ਦੇ ਪੁੰਜ ਦਾ ਨਾਸ਼ ਕਰਨ ਵਾਲੇ। ਮਥੁਰਾ ਜਨ ਜਾਨ ਕਹੀ ਜੀ ਸਾਚ ਸੋ, ਔਰ ਕਛੂ ਨਾ ਵਿਚਾਰਨ ਕੋ। ਤੇ ਭੱਟ ਮਥੁਰਾ ਜੀ ਆਖਦੇ ਹਨ ਕਿ ਇਹ ਗੱਲ ਮੈਂ ਖੁਦ ਜਾਣੀ ਹੈ। ਜਨ ਜਾਨ, ਕਿ ਗੁਰੂ ਨੂੰ ਜੇ ਉਦੋਂ ਆਪਣੀ ਬਾਂਹ ਪਕੜਾਈਏ ਤਾਂ ਫਿਰ ਉਹ ਸਮੱਤ ਦੇ ਨਾਲ ਸਾਨੂੰ ਸੰਭਾਲ ਲੈਂਦੇ ਹਨ। ਜੇ ਗੁਰੂ ਦੇ ਧਰਮ ਦੇ ਨਿਸ਼ਾਨ ਦੇ ਨੇੜੇ ਚਲੇ ਜਾਈਏ ਤਾਂ ਫਿਰ ਜਿਹੜੀਆਂ ਵਿਕਾਰਾਂ ਦੀਆਂ ਲਹਿਰਾਂ ਨਹੀਂ ਸਤਾਉਂਦੀਆਂ ਹਨ ਜਾਂ ਨਹੀਂ ਵਹਾਉਂਦੀਆਂ ਹਨ। ਇਸ ਕਰਕੇ ਕਹਿੰਦੇ ਮਥੁਰਾ ਜਨ, ਭਾਵ ਕਿ ਭੱਟ ਮਥੁਰਾ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਸਨਮੁਖ, ਕਿ ਗੁਰੂ ਕਿਰਪਾ ਦੇ ਇਸ ਪਰਮ ਭੇਦ ਨੂੰ ਜਾਣ ਕੇ ਜੀ ਸਾਚ ਸੋ, ਕਿ ਫਿਰ ਸੱਚੇ ਰੂਪ ਦੇ ਵਿੱਚ ਗੱਲ ਕਹਿ ਰਹੇ ਹਾਂ। ਔਰ ਕਛੂ ਨਾ ਵਿਚਾਰਨ ਕੋ, ਕੋਈ ਹੋਰ ਵਿਸ਼ਾ ਵਿਚਾਰਨ ਵਾਲਾ, ਚਰਚਾ ਵਾਲਾ ਨਹੀਂ ਬਾਕੀ ਬਚਦਾ ਹੈ। ਹਰ ਨਾਮ ਬੋਹਿਤ ਬਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕਹੋ, ਕਿ ਜੋ ਨਾਮ ਦਾ ਭੇਦ ਬਾਣੀ ਦੁਆਰਾ, ਗਿਆਨ ਦੁਆਰਾ, ਕੀਰਤਨ ਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿੰਦੇ ਪ੍ਰਗਟ ਕੀਤਾ ਹੈ, ਇਹੀ ਇਸ ਕਲਯੁਗ ਦੇ ਵਿੱਚ ਵੱਡਾ ਜਹਾਜ਼ ਹੈ। ਤੇ ਭਵ ਸਾਗਰ ਪਾਰ ਉਤਾਰਨ ਕੋ। ਤੇ ਭੱਟ ਮਥੁਰਾ ਜੀ ਜ਼ਿਕਰ ਕਰਦੇ ਹਨ ਕਿ ਸੰਸਾਰ ਸਾਗਰ ਤੋਂ ਪਾਰ ਉਤਰਨ ਦੇ ਲਈ ਮੈਂ ਗੁਰੂ ਦੇ ਇਸ ਨਾਮ ਰੂਪ ਜਹਾਜ਼ ਦੇ ਵਿੱਚ
ਸਵਾਰ ਹੋਇਆ। ਇਸ ਕਰਕੇ ਆਪਣੇ ਮਨਾਂ ਦੇ ਅੰਦਰ ਇਹ ਗੱਲ ਦ੍ਰਿੜ ਕਰ ਲਓ ਕਿ ਇਸ ਯੁੱਗ ਦੇ ਕਲਿਆਣਕਾਰੀ ਕਰਤਾ ਗੁਰੂ ਰਾਮਦਾਸ ਸਾਹਿਬ ਜੀ ਅਤੇ ਉਹਨਾਂ ਦਾ ਪਵਿੱਤਰ ਨਾਮ ਹੈ। ਇਸ ਪ੍ਰਕਾਰ ਭੱਟ ਸਾਹਿਬਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਸਰੂਪ ਦੀ ਸਿਫਤ ਕਥਦਿਆਂ ਹੋਇਆਂ ਸਾਨੂੰ ਗੁਰੂ ਕੇ ਅਗੰਮ ਅਗੋਚਰ ਦਰਸ਼ਨ ਦੇ ਨਾਲ ਨਿਹਾਲ ਕਰਦਿਆਂ ਨੇ ਸਤਿਗੁਰੂ ਕਿਰਪਾ ਕਰਨ। ਜਿਵੇਂ ਭੱਟ ਸਾਹਿਬਾਨਾਂ ਦੀ ਬਾਣੀ ਵਿੱਚ 3 ਤਰ੍ਹਾਂ ਦੀਆਂ ਸਾਧਨਾਵਾਂ ਹਨ। ਕਿਤੇ ਉਹ ਜਗਿਆਸੂ ਹਨ, ਕਿਤੇ ਉਹਨਾਂ ਨੇ ਅਨੁਭਵ ਪ੍ਰਾਪਤ ਕਰ ਲਿਆ ਹੈ, ਅਤੇ ਕਿਤੇ ਉਹ ਸਾਧਕ ਹਨ। ਸਾਧਕ ਦਾ ਭਾਵ ਜਿਵੇਂ ਹੁਣ ਭੱਟ ਮੱਥਰਾ ਜੀ ਨੇ ਕਿਹਾ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਜੋੜਨ ਦੇ ਨਾਲ ਹੀ ਮਨੁੱਖ ਦਾ ਸੰਸਾਰ ਸਾਗਰ ਤੋਂ ਕਲਿਆਣ ਹੁੰਦਾ। ਸਾਨੂੰ ਤਿੰਨੇ ਅਨੁਭਵ ਆਪਣੇ ਹਿਰਦੇ ਅੰਦਰ ਸਮਾ ਕੇ ਗੁਰੂ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਹੈ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਆਪਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ